वाहिगुरु जी का खालसा वाहिगुरु जी की फतेह। दीन दुनिया दे मालक शब्द सतगुरु श्री गुरु ग्रंथ साहिब जियां दी अमृतमई गोद विच बड़े ही सत्कार सहित दिन के पिछले पहर के दीवाना विच आप जी जुड़ बैठे हो। सुभागड़े भाग हैं जिन्हों ये वक्त गुरां दी याद विच जुड़न दा प्राप्त हुंदा है। आओ इस समय नूं सफला बनाइए। चल रहे पावनपुर इतिहास विचों आप जियां ने सरवण कीता सी। साहिब सतगुरु श्री गुरु नानक देव जी मुड़ फेर तो मोदी खाने दे विच बैठ करके तेरा तेरा तोड़ते हैं। लोग आके मुबारकबाद देंदे ने, खुशी प्रगट करते ने आप जी ने एक काम दोबारा आरंभ लिया। इन्हां दिनां दे विच पिंड पखो के रंधावे तो खतरी मूल चंद जी अपने लागियां दे समेत सुल्तानपुर लोधी आण पहुंचे। जयराम जियां ने जिस वेले शगन का वेला वेखिया बड़ी खुशी मनाई। कमल सही के मुख वाले सतगुरु गुरु नानक साहब जियां नूं मोदी खाने तो सदा दिता गया। सोनी चौकी ते बैठा करके शगन दी रस्मां अदा कीतियां। भैण नानकी नूं अपने वीर दे विआह दा चाअ बड़ा है। शरीके दियां औरतां बोलियां पाउंदियां ने, खुशी दे गीत गाउंदियां ने, पर ये सारे रंगारंग समय दे विच गुरु नानक साहब महाराज बड़े शांत बैठे ने। इत्थों तक आप जियां ने इतिहास की सांझ पाई। आओ जी कुछ समा मन व्यक्तियां नूं एकाग्र चित बनाइए, सुध करके चलिए सुल्तानपुर लोधी। बख्शो प्यार दी असीस गज वज के आखो जी सतनाम श्री वाहिगुरु साहिब जी। सतनाम श्री गाए गीत नारे लेत नाम देत गारे हास होत सुखकारी मन सपन को पयो है। महान महापुरख भाई बाला जी गुरु अंगद देव महाराज जियां नूं ये पावन कथा खडूर साहिब की धरती ते सुना रहे हैं। बेअंत संगतां इस कथा का आनंद निता प्रत लैंदियां ने, बड़े प्यार विच शरधा विच जुड़ के। बड़ी दूरों दूरों से संगतां
ਇਸ ਕਥਾ ਦਾ ਆਨੰਦ ਮਾਣਦੀਆਂ ਨੇ। ਗੁਰੂ ਅੰਗਦ ਦੇਵ ਮਹਾਰਾਜ ਆਪ ਆਮ ਜਗਿਆਸੂਆਂ ਦੇ ਵਾਂਗ, ਸੇਵਾਦਾਰਾਂ ਦੇ ਵਾਂਗ ਬੈਠ ਕਰਕੇ ਇਸ ਪਾਵਨ ਕਥਾ ਦਾ ਆਨੰਦ ਮਾਣਦੇ। ਭਾਈ ਬਾਲਾ ਜੀ ਇਸ ਕਥਾ ਨੂੰ ਖੂਬ ਕੇ ਸੁਣਾਉਂਦੇ ਤੇ ਗੁਰੂ ਅੰਗਦ ਦੇਵ ਮਹਾਰਾਜ ਬੜੀ ਭਾਵਨਾ ਦੇ ਨਾਲ, ਆਪ ਸੁਹਿਰਦਤਾ ਨਾਲ ਸੁਣਦੇ ਆ। ਜਦੋਂ ਕਬਲ ਸਰੀਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸੋਹਣੀ ਜੀ ਪੀੜੀ ਤੇ ਬਿਠਾਇਆ, ਆਸੇ ਪਾਸੇ ਬੇਦੀਆਂ ਦੀ ਕੁਲ ਦੀਆਂ ਬਹੁਤੀਆਂ ਬਹੁਆਂ ਖੁਸ਼ੀ ਦੇ ਗੀਤ ਗਾਉਂਦੀਆਂ ਨੇ ਤੇ ਭੈਣ ਨਾਨਕੀ ਜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ। ਦੀਨ ਦੁਨੀਆ ਦੇ ਮਾਲਕ, ਜਿਨ੍ਹਾਂ ਨੂੰ ਇਹ ਸਭ ਕੁਝ ਬਿਲਕੁਲ ਪਸੰਦ ਨਹੀਂ ਹੈ, ਪਰ ਚੁੱਪ ਬੈਠੇ ਆ। ਪੰਡਤਾਂ ਨੇ, ਬ੍ਰਾਹਮਣਾਂ ਨੇ ਸ਼ਗਨ ਕਰਾਏ, ਲਾਗੀਆਂ ਨੇ ਲਾਗ ਲਿਆ, ਨੱਚਣਾ ਗਾਉਣਾ ਕੀਤਾ ਗਿਆ, ਕਿਉਂਕਿ ਅਜੇ ਸੱਚੇ ਪਾਤਸ਼ਾਹ ਖੁੱਲ ਕੇ ਸਾਹਮਣੇ ਨਹੀਂ ਆ ਰਹੇ। ਵਕਤ ਆਏਗਾ ਜਦੋਂ ਕੱਲੀ ਕੱਲੀ ਚੀਜ਼ ਨੂੰ ਸਤਿਗੁਰ ਆਪ ਪ੍ਰਤੱਖ ਦੱਸਣਗੇ, ਇਹ ਵੀ ਗਲਤ ਹੈ, ਇਹ ਵੀ ਗਲਤ ਹੈ। ਅਜੇ ਕੁਲ ਦੀ ਰੀਤ ਨਿਭਾਈ ਜਾ ਰਹੀ ਹੈ। ਜੈ ਰਾਮ ਜੀ ਬੜੇ ਖੁਸ਼ ਨੇ, ਉਹ ਮਠਿਆਈਆਂ ਵੰਡਦੇ ਨੇ। ਐਸੇ ਸੁਲਤਾਨਪੁਰ ਅਧਿਕ ਉਸ਼ਾਕਰ, ਇੱਕ ਤਲਵੰਡੀ ਨਰ ਤੁਰਨ ਪਠਾਇਓ ਹੈ। ਇਧਰ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਢੋਲ ਢਮੱਕੇ ਵੱਜਦੇ, ਸ਼ਗਨ ਦਾ ਮੌਕਾ ਹੈ। ਜੈ ਰਾਮ ਜੀਆਂ ਨੇ ਇੱਕ ਖੱਤ ਸੂਹੇ ਅੱਖਰਾਂ 'ਚ ਲਿਖਿਆ, ਕੁਛ ਮਠਿਆਈਆਂ ਦੇ ਸਮੇਤ ਸੇਵਾਦਾਰਾਂ ਨੂੰ ਭੇਜਿਆ, ਜਾਓ ਸਤਿਗੁਰਾਂ ਦੇ ਘਰ ਰਾਏ ਭੋਏ ਦੀ ਤਲਵੰਡੀ ਇਹ ਖੁਸ਼ੀ ਦੀ ਚਿੱਠੀ ਦੇ ਕੇ ਆਓ। ਸਭਾ ਨਿਯਤ ਹੋ ਗਿਆ। ਜਦੋਂ ਕਹਿੰਦੇ ਖੱਤ ਲੈ ਕੇ ਚੱਲੇ ਆ, ਹੁਣ ਖਾਲੀ ਹੱਥ ਜਾਇਆ ਨਹੀਂ ਸੀ ਜਾਂਦਾ। ਅੱਜ ਦੇ ਸਮੇਂ ਵਿੱਚ ਚਿੱਠੀਆਂ ਆਉਂਦੀਆਂ ਨੇ ਖੁਸ਼ੀਆਂ ਦੀਆਂ, ਕੁਛ ਨਾ ਕੁਛ ਜ਼ਰੂਰ ਹੁੰਦਾ ਹੈ। ਜਿਹੜੇ ਇਹ ਮਨੁੱਖ ਗਏ ਸੀ, ਇਹਨਾਂ ਨੂੰ ਖੁਸ਼ੀ ਨਾਲ ਕੱਪੜੇ ਦਿੱਤੇ ਨੇ ਤੇ ਅੱਗੋਂ ਵੀ ਮਿਲਣਗੇ। ਇੱਕ ਰੱਥ ਤੋਰਿਆ ਗਿਆ, ਜਿਹਦੇ ਵਿੱਚ 4 ਵਿਅਕਤੀ ਗਏ ਨੇ, ਜਿਨ੍ਹਾਂ ਵਿੱਚੋਂ ਇੱਕ ਮੋਹਰੀ ਹੈ। ਖੁਸ਼ਖਬਰੀ ਲੈ ਕੇ ਰਾਏ ਭੋਏ ਦੀ ਤਲਵੰਡੀ ਪਹੁੰਚੇ ਹੈ। ਇੱਧਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੋਦੀ ਖਾਨੇ ਦਾ ਕੰਮਕਾਰ ਵਿੱਚ ਵਿਚਾਲੇ ਛੱਡ ਕੇ ਘਰੇ ਆਏ ਨੇ। ਕਹਿੰਦੀ ਉਹਨਾਂ ਨੂੰ ਖੁਸ਼ੀ ਤੇ ਸਮੇਂ ਦੇ ਵਿੱਚ ਵਧਾਈਆਂ ਦਿੱਤੀਆਂ ਜਾ ਰਹੀਆਂ, ਪਰ ਗੁਰੂ ਸਾਹਿਬ ਲਈ ਇਹ ਵਧਾਈਆਂ ਕੱਖ ਵੀ ਨਹੀਂ। ਉਹ ਸੰਸਾਰੀ ਵਿਅਕਤੀ ਨਹੀਂ ਨੇ, ਪਰਮੇਸ਼ਰ ਨੇ। ਜਿਨ੍ਹਾਂ ਨੂੰ ਉਹਨਾਂ ਦੀ ਸਮਝ ਹੈ, ਜਿਨ੍ਹਾਂ ਨੂੰ ਪਹਿਚਾਣ ਹੈ, ਉਹ ਉਹਨਾਂ ਦੀ ਰਜ਼ਾ ਵਿੱਚ ਖੁਸ਼ ਰਹਿੰਦੇ ਨੇ। ਸਵਈਆ ਤ੍ਰਿਪਤਾ ਗੁਰਮਾਤ, ਸੁਣੀ ਜਬ ਬਾਤ, ਹਿਰਦੈ ਹਰ ਕੀ ਜਿਉ ਨੌ ਨਿਦ ਪਾਈ। ਜਿਸ ਵੇਲੇ ਚਿੱਠੀ ਲੈ ਕੇ ਆਉਣ ਵਾਲੇ ਹਲਕਾਰੇ ਸਤਿਗੁਰਾਂ ਦੇ ਜੱਦੀ ਘਰ ਪਹੁੰਚੇ ਨੇ, ਰਾਏ ਭੋਏ ਦੀ ਤਲਵੰਡੀ। ਮਾਂ ਤ੍ਰਿਪਤਾ ਨੂੰ ਪਤਾ ਲੱਗਿਆ ਕੁੜਮਾਚਾਰੀ ਹੈ। ਰਿਸ਼ਤੇ ਦੀ, ਸ਼ਗਨ ਦੀ ਪਰਿਭਾਸ਼ਾ ਲੈ ਕੇ ਆਏ ਆ। ਮਾਂ ਕਹਿੰਦੀ ਵੀਰੋ ਇੱਥੇ ਖੜ ਜਾਓ ਦਰਵਾਜ਼ੇ 'ਚ, ਅੰਦਰ ਨਹੀਂ ਆਉਣ ਦਿੱਤਾ। ਖੁਸ਼ ਇੰਨੇ ਸੀ, ਸਭ ਤੋਂ ਪਹਿਲਾਂ ਲੈ ਕੇ ਆਏ ਨੇ ਸਰੋਂ ਦਾ ਤੇਲ, ਦਰਵਾਜ਼ਿਆਂ ਨੂੰ ਚੋਇਆ ਗਿਆ। ਫਿਰ ਮਾਂ ਤ੍ਰਿਪਤਾ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਮਾਤਾ ਜੀ, ਘਰ ਦੇ ਵਿੱਚ ਜੋ ਮਿੱਠਾ ਪਿਆ ਸੀ, ਗੁੜ ਤੇ ਸ਼ੱਕਰ, ਉਸੇ ਵੇਲੇ ਲੈ ਆਏ। ਜਦੋਂ ਸੁਣਾਉਣ ਵਾਲੇ ਨੇ ਕਿਹਾ ਨਾ, ਭਾਗਾਂ ਵਾਲੀਏ ਤੇਰੇ ਪੁੱਤ ਦੇ ਰਿਸ਼ਤੇ ਦੀ ਖਬਰ ਲੈ ਕੇ ਆਏ। ਮਾਂ ਕਹਿੰਦੀ ਵੇ ਵੀਰੋ ਜੁਗ ਜੁਗ ਜੀਓ, ਮੂੰਹ ਮਿੱਠਾ ਕਰਾਇਆ। ਪਿਤਾ ਕਲਿਆਣ ਚੰਦ ਜਦ ਸੁਣਿਆ, ਸੁਣ ਕੇ ਯਕੀਨ ਨਹੀਂ ਹੁੰਦਾ। ਹੈਰਾਨੀ ਹੈ, ਅਚਰਜਤਾ ਹੈ ਵੀ ਮੈਂ ਜੈ ਰਾਮ ਨੂੰ ਕਿਹਾ ਸੀ ਰਿਸ਼ਤਾ ਕਰ ਦੇਈ ਤੇ ਰਿਸ਼ਤਾ ਹੋ ਵੀ ਗਿਆ। ਪਤਾ ਵੀ ਨਾ ਲੱਗਾ, ਕਿਉਂਕਿ ਪਿਤਾ ਜੀ ਆਪਣੇ ਮੁਤਾਬਕ ਸੋਚਦੇ ਆ ਵੀ ਮੇਰੇ ਪੁੱਤ ਨੂੰ ਰਿਸ਼ਤਾ ਦੇਣਾ ਕਿਹਨੇ ਆ। ਕੰਮ ਕਾਰ ਤੇ ਕਰਦਾ ਕੋਈ,
ਸਾਰੀ ਜ਼ਿੰਦਗੀ ਇਹੀ ਤਾਨੇ ਮਾਰੇ ਉਹਨਾਂ ਨੇ। ਪਰ ਜਿਸ ਵੇਲੇ ਦਰਵਾਜ਼ੇ ਤੇ ਬੂਹੇ ਤੇ ਵਿਅਕਤੀ ਆਏ ਨਾ ਚਿੱਠੀ ਲੈ ਕੇ, ਖੁਸ਼ੀ ਦਾ ਕੋਈ ਠਿਕਾਣਾ ਨਹੀਂ, ਧਰਤੀ ਤੇ ਪੈਰ ਨਹੀਂ ਲੱਗਦੇ। ਕਰ ਮੈਂ ਮਿਸਕਾਨ ਲਏ ਨਿਕਸੀ ਕੇ ਕੁੰਡਾ, ਅਲੰਗ ਜਿਨ ਸ਼ੁੱਧ ਬਤਾਈ। ਸਤਿਗੁਰਾਂ ਦੇ ਪਿਤਾ ਜੀ ਨੇ ਚਿੱਠੀ ਨੂੰ ਫੜਿਆ, ਚੁੰਮਿਆ ਤੇ ਸਿਰ ਤੇ ਰੱਖਿਆ। ਲੱਗੇ ਜਦੋਂ ਚਿੱਠੀ ਖੋਲਣ ਨਾ, ਚਿੱਠੀ ਲੈ ਕੇ ਆਏ ਸੀ ਜਿਹੜੇ ਹਲਕਾਰੇ, ਕਹਿੰਦੇ ਮਹਿਤਾ ਜੀ ਪਹਿਲਾਂ ਬੋਣੀ ਕਰਾਓ, ਆਖੋ ਸਾਡੇ ਨਾਮ ਐਦਾਂ ਨਹੀਂ ਬੋਲ ਸਕਦੇ, ਸ਼ਗਨ ਲਓ। ਭਾਵੇਂ ਸ਼ਗਨ ਕਹਿ ਲਓ ਜਾਂ ਕਹਿ ਲਓ ਬੋਣੀ, ਗੱਲ ਤੇ ਕੋਈ ਹੈ। ਜਿਵੇਂ ਦੁਕਾਨਦਾਰ ਸਵੇਰੇ ਸਵੇਰੇ ਕਹਿੰਦਾ ਪਹਿਲਾਂ ਬੋਣੀ ਕਰਾ ਦਿਓ, ਬਾਕੀ ਕੰਮ ਬਾਅਦ। ਰਿਸ਼ਤਿਆਂ ਦੇ ਵਿੱਚ ਲੈਣਾ ਦੇਣਾ ਤੇ ਕੁਛ ਨਹੀਂ ਹੁੰਦਾ, ਬਸ ਇੱਕ ਤਰੀਕਾ ਹੀ ਹੁੰਦਾ ਪੈਸੇ ਕਢਾਉਣ ਦਾ। ਤੇ ਪਿਤਾ ਜੀ ਨੇ ਆਪਣੇ ਖੀਸੇ 'ਚ ਹੱਥ ਮਾਰਿਆ, ਜਿੰਨੀ ਮਾਇਆ ਆਈ ਕਹਿੰਦੇ ਲੈ ਚੱਕ, ਖੁਸ਼ੀ ਹੈ। ਕਿਉਂਕਿ ਖੁਸ਼ੀ ਤੇ ਗਮੀ ਦੋਨਾਂ ਦਾ ਇਫੈਕਟ ਬੰਦੇ ਦੇ ਮਨ ਤੇ ਬਹੁਤ ਹੈ। ਬੰਦਗੀ ਵਾਲਿਆਂ ਨੂੰ ਛੱਡ ਕੇ ਨਾ ਸੰਸਾਰੀ ਲੋਕ ਖੁਸ਼ੀ 'ਚ ਬਹੁਤਾ ਖੁਸ਼ ਹੋ ਕੇ ਰੱਬ ਨੂੰ ਭੁੱਲ ਜਾਂਦੇ ਤੇ ਦੁੱਖਾਂ 'ਚ ਰੱਬ ਇਹਨਾਂ ਨੂੰ ਬਹੁਤਾ ਯਾਦ ਆਉਂਦਾ। ਪਰ ਜਿਹੜੇ ਨਿਰੰਕਾਰ ਨਾਲ ਜੁੜੇ ਆ, ਰੱਬ ਦੇ ਪਿਆਰੇ, ਉਹਨਾਂ ਨੂੰ ਖੁਸ਼ੀ ਗਮੀ ਦਾ ਕੋਈ ਚਾਅ ਨਹੀਂ ਹੁੰਦਾ, ਕੋਈ ਫਰਕ ਨਹੀਂ ਹੁੰਦਾ, ਆਨੰਦ ਜੀ ਹੁੰਦੇ। ਤੇ ਪਿਤਾ ਜੀ ਨੂੰ ਖੁਸ਼ੀ ਬਹੁਤ ਜ਼ਿਆਦਾ ਹੈ। ਪੁੱਤ ਘੋੜੀ ਚੜੇਗਾ, ਕਹਿੰਦੇ ਜੀ ਮੂੰਹ ਮਿੱਠਾ ਕਰਾਇਆ, ਮੂੰਹ ਮੰਗੀ ਮਾਇਆ ਦੇਤੀ, ਅੰਦਰ ਬੁਲਾਇਆ, ਪਲੰਘੇ ਤੇ ਬਿਠਾਇਆ ਉਹਨਾਂ ਵਿਅਕਤੀਆਂ ਨੂੰ ਜਿਹੜੇ ਹਲਕਾਰੇ ਚਿੱਠੀ ਲੈ ਕੇ ਆਏ ਨੇ। ਫਿਰ ਸੂਹੇ ਅੱਖਰਾਂ ਨਾਲ ਲਿਖੀ ਹੋਈ ਚਿੱਠੀ ਆਪ ਪੜ੍ਹ ਕੇ ਸੁਣਾਉਂਦੇ ਹਨ। ਬਲਿਹਾਰ ਮੈਂ ਜਾਉ ਮੋਹਰ ਮੋਹ ਦਿਆ ਕਾਰਖੰ ਪੰਚ ਕੀਰ ਉਡਾਈ। ਉਸ ਵੇਲੇ ਸਤਿਗੁਰਾਂ ਦੇ ਮਾਤਾ ਜੀ ਨੇ ਮੂੰਹੋਂ ਮੂੰਹ ਪੁਕਾਰਿਆ, ਆਪਣੇ ਪੁੱਤਰ ਦੀ ਤਾਰੀਫ ਕੀਤੀ, ਖੱਤ ਲੈ ਕੇ ਆਉਣ ਵਾਲਿਆਂ ਦੀ ਵਡਿਆਈ ਕੀਤੀ। ਕਹਿੰਦੇ ਮਾਂ ਨੇ ਵੀ ਆਪਣੇ ਵੱਲੋਂ 5 ਰੁਪਏ ਕਾਰਖਿਕ, ਉਹਨਾਂ ਸਮਿਆਂ ਦੀ ਕਰੰਸੀ ਹੈ, ਦੇ ਦਿੱਤੇ। ਇੱਕ ਘਰ ਚੋਂ ਮਾਇਆ ਕਿੰਨੀ ਇਕੱਠੀ ਹੋ ਗਈ। ਰਹਿ ਗਏ ਸਤਿਗੁਰਾਂ ਦੇ ਚਾਚਾ ਜੀ। ਜਦ ਉਹਨਾਂ ਨੂੰ ਪਤਾ ਲੱਗਾ ਉਹ ਵੀ ਭੱਜੇ ਆਏ, ਕਹਿੰਦੇ ਖੁਸ਼ੀ ਹੈ, ਮੁਬਾਰਕ ਹੈ, ਕਹਿੰਦੇ ਮਾਇਆ ਕੱਢੋ। ਕਿਉਂਕਿ ਇਹੀ ਦਿਨ ਹੁੰਦੇ ਆ ਲਾਗੀਆਂ ਦੇ ਜਿਹੜੇ ਨਾਈ ਤੇ ਝੀਵਰ ਹੁੰਦੇ ਸੀ ਉਹਨਾਂ ਸਮਿਆਂ ਤੇ, ਉਹਨਾਂ ਵਿਚਾਰਿਆਂ ਦੀ ਇਹੀ ਦੀਵਾਲੀ ਹੁੰਦੀ ਸੀ, ਇਹੀ ਬਸੰਤ ਸੀ। ਤੇ ਖੁਸ਼ੀ ਦੇ ਨਾਲ ਕਹਿੰਦੇ ਉਹਨਾਂ ਨੂੰ ਵੀ ਮਾਇਆ ਮਿਲੀ, ਮੂੰਹ ਮਿੱਠਾ ਕਰਾਇਆ ਗਿਆ, ਸਾਰਾ ਇਲਾਕਾ ਬੁਲਾ ਲਿਆ ਜੀ, ਜਿੰਨੇ ਵੇਦੀਆਂ ਦੇ ਘਰ ਸੀ ਨਾਲ ਨਾਲ। ਕਹਿੰਦੇ ਆਓ ਚਿੱਠੀ ਸੁਣੋ ਤੁਸੀਂ, ਖੁਸ਼ੀ ਦਾ ਸਮਾਂ ਹੈ, ਨਾਨਕ ਜੀ ਦਾ ਰਿਸ਼ਤਾ ਤੈਅ ਹੋ ਗਿਆ, ਬਸ ਵਿਆਹ ਦਾ ਦਿਨ ਹੀ ਹੁਣ ਰੱਖਣਾ ਬਾਕੀ ਹੈ। ਕਾਲੂ ਨਾਰ ਬਲਾਏ ਗਵਾਏ ਕੈ ਗੀਤਨ ਮੰਗਲ ਕੀਨ ਭਇਓ ਮਨ ਭਾਈ। ਗੁਰੂ ਸਾਹਿਬ ਦੇ ਪਿਤਾ ਜੀ ਤੇ ਇੰਨੇ ਖੁਸ਼ ਨੇ, ਹੁਕਮ ਸੁਣਾਤਾ ਪਟਵਾਰੀ ਸਾਹਿਬ ਨੇ, ਕਹਿੰਦੇ ਬੁਲਾਓ ਨੱਚਣ ਗਾਉਣ ਵਾਲੀਆਂ, ਗਾਉਣ ਗੀਤ। ਸਮਾਜਿਕ ਵਿਅਕਤੀ ਹੈ, ਕਹਿੰਦੇ ਜੀ ਉਹ ਜਿਹੜੇ ਮੰਗਣ ਵਾਲੇ ਹੁੰਦੇ ਆ, ਨੱਚਣ ਵਾਲੇ ਹੁੰਦੇ, ਦੇਖੋ ਚਲੋ ਅੱਜ ਤੇ ਬੜਾ ਐਡਵਾਂਸ ਜ਼ਮਾਨਾ ਹੈ, ਇੰਟਰਨੈਟ ਦਾ ਯੁੱਗ ਹੈ। ਪੁਰਾਣੇ ਸਮਿਆਂ ਦੇ ਵਿੱਚ ਵੀ ਕਿਸੇ ਦੇ ਘਰ ਮੁੰਡਾ ਜੰਮਿਆ ਹੋਵੇ, ਕਿਸੇ ਵਿਆਹ ਹੋਵੇ, ਉਹ ਇਹਨਾਂ ਨੱਚਣ ਵਾਲਿਆਂ ਨੂੰ ਕੌਣ ਦੱਸ ਜਾਂਦਾ ਵੀ ਫਲਾਣੇ ਦੇ ਘਰੇ ਬੱਚਾ ਜਾਂਦੇ ਆ। ਢੋਲਕੀ ਖੜਕੀ ਤੋਂ ਹੀ ਪਤਾ ਲੱਗਦਾ ਲੈ ਵੀ ਆ ਗਿਆ ਸਾਡੇ ਨਾਲ, ਕਿੱਥੋਂ ਆ ਗਏ। ਪਿੰਡਾਂ ਦੇ ਪਿੰਡ ਇਹਨਾਂ ਨੇ ਆਪਣੇ ਇਲਾਕੇ ਵੰਡੇ ਹੁੰਦੇ, ਪਰ ਇਹਨਾਂ ਦੀ ਹਿੱਟ ਲਿਸਟ ਤੇ ਹੁੰਦਾ ਹੈ ਕਿਹਦੇ ਘਰ ਵਿਆਹ ਹੈ, ਕਿਹਦੇ ਘਰ ਲੋਹੜੀ ਹੈ। ਜਦ ਕਹਿੰਦੇ ਘਰੇ ਖਾਤਾ ਆ ਕੇ ਢੋਲ ਢਮੱਕਾ ਸ਼ੁਰੂ ਹੋਇਆ ਤੇ ਪਿਤਾ ਜੀ ਤੇ ਇੰਨੇ ਖੁਸ਼ ਨੇ, ਮੈਂ ਕਹਿੰਦਾ ਦੁਨੀਆ 'ਚ ਇੰਨੀ ਖੁਸ਼ੀ ਉਹਨਾਂ ਨੂੰ ਅੱਜ ਤੱਕ ਮਿਲੀ ਨਹੀਂ ਸੀ ਕਦੇ ਜਿੰਨੀ ਆ ਪੁੱਤਰ ਦੇ ਵਿਆਹ ਦੀ ਖੁਸ਼ੀ ਹੈ। ਸੱਚੀ ਹਰ ਮਾਂ ਬਾਪ ਨੂੰ ਹੁੰਦੀ ਹੈ, ਹਰੇਕ ਨੂੰ ਹੁੰਦੀ ਹੈ। ਪੁੱਤ ਘੋੜੀ ਚੜ੍ਹਦਾ ਕਿਹਨੂੰ ਚੰਗਾ ਨਹੀਂ ਲੱਗਦਾ। ਮਾਪਿਆਂ ਦੀ ਜ਼ਿੰਦਗੀ ਦਾ ਸੁਪਨਾ ਹੁੰਦਾ ਹੈ। ਤੇ ਪਿਤਾ ਇੰਨੇ ਖੁਸ਼ ਹੋਏ, ਕਹਿੰਦੇ ਮਾਇਆ ਉਹਨਾਂ ਤੋਂ ਵਾਰੀ ਜਾਂਦੇ ਆ, ਪਟਵਾਰੀ ਖੁੱਲੀ ਮਾਇਆ। ਹੁਣ ਸੋਚਣ ਵਾਲੀ ਗੱਲ ਹੈ, ਜਿਹੜੇ ਪੈਸੇ ਪਿੱਛੇ ਪੁੱਤ ਨਾਲ ਲੜਦੇ ਆ ਨਾ, ਖੁਸ਼ੀ 'ਚ ਆ ਕੇ ਮਾਇਆ ਦਾ ਹਿਸਾਬ ਨਹੀਂ ਰੱਖਦੇ। ਕਹਿੰਦੇ ਖੂਬ ਮਾਇਆ ਲੁਟਾਈ, ਸਭ ਨੂੰ ਵਧਾਈਆਂ ਦਿੱਤੀਆਂ ਹਨ। ਕਾਲੂ ਨੇ ਬਾਤ ਸੁਣੀ ਹਰਖਿਓ ਘਨ ਘੋਰ ਤੇ ਮੋਰ ਮਨੋ ਸੁਖ ਪਾਈ। ਗੁਰੂ ਸਾਹਿਬ ਦੇ ਪਿਤਾ ਜੀ ਤੇ ਇੰਨੇ ਬੇਚੈਨ ਹੋਏ ਬੈਠੇ ਆ, ਨਾ ਬੈਠਿਆ ਜਾਂਦਾ ਨਾ ਖੜਿਆ ਜਾਂਦਾ। ਚਿੱਤ ਕਰਦਾ ਭੱਜ ਕੇ ਜਾ ਕੇ ਸੁਲਤਾਨਪੁਰ ਪੁੱਤ ਨੂੰ ਗਲਬਕੜੀ ਚਲਾਏਗਾ, ਪਰ ਅਜੇ ਵੀ ਸਭ ਡਰਦੇ ਨੇ ਵੀ ਇਹ ਨਾ ਜਾਣ। ਸਭ ਨੂੰ ਪਤਾ ਪਹਿਲਾਂ ਕੀ ਕਰਕੇ ਆਏ, ਪਰ ਖੁਸ਼ੀ ਹੈ
ਬਰਦਾਸ਼ਤ ਤੋਂ ਬਾਹਰ ਹੈ, ਉਹ ਸਾਂਭੀ ਜਾਂਦੀ ਨਹੀਂ। ਜਾਚਕ ਜਾਚਤ ਦੇ ਮਨ ਭਾਵਤ, ਲੇਤ ਸੀਸ ਅਨੰਤ ਵਧਾਈ। ਮੰਗਣ ਵਾਲਿਆਂ ਨੂੰ ਸੱਦਾ ਆਪ ਹੀ ਦੇਤਾ। ਬਾਈ ਜਿੰਨੇ ਮੰਗਣ ਵਾਲੇ ਇਲਾਕੇ ਦੇ ਵਿੱਚ ਨੇ ਸਭ ਨੂੰ ਬੁਲਾਓ, ਅੱਜ ਮੈਂ ਝੋਲੀਆਂ ਭਰ ਭਰ ਭੇਜਣਾ। ਲੋਕ ਹੈਰਾਨ, ਕਹਿੰਦੇ ਦਿਨ ਕਿਵੇਂ ਚੜ ਗਿਆ। ਖੁਦਾ ਦਾ ਨਾਮ। ਜਿਹੜੇ ਆਪਣੇ ਪੁੱਤ ਨੂੰ ਮੰਦਾ ਚੰਗਾ ਬੋਲਦੇ ਸੀ, ਤੂੰ ਘਰ ਲਟਾਉਣ ਲੱਗਿਆ, ਲੋਕਾਂ ਨੂੰ ਰੋਟੀਆਂ ਖਵਾਈ ਜਾਣਾ, ਵਿਹਲੜਾਂ ਨੂੰ ਮੰਗਣ ਵਾਲਿਆਂ ਨੂੰ ਕਮਾਉਣ। ਇਹ ਅੱਜ ਖੁਸ਼ੀ ਇੰਨੀ ਹੈ, ਕਹਿੰਦੇ ਅੱਜ ਮੈਂ ਦਾਨ ਦੇਣਾ ਜੀ। ਦਾਨ ਜੋ ਘਰੇ ਪਿਆ ਸੀ ਖੁਸ਼ੀ ਚ ਸਾਰੇ ਹੀ ਵੰਡਿਆ, ਹੋਰ ਮੰਗਾ ਲਿਆ, ਕੱਪੜੇ ਵੰਡੀ ਜਾਂਦੇ ਆ। ਪਰ ਪਿਤਾ ਜੀ ਦੀ ਇਹ ਖੁਸ਼ੀ, ਕਹਿੰਦੇ ਆ ਨਾ, ਬਹੁਤੀ ਖੁਸ਼ੀ ਵੀ ਚੰਗੀ ਨਹੀਂ ਹੁੰਦੀ ਤੇ ਬਹੁਤਾ ਗਮਗੀਨ ਹੋਣਾ ਵੀ ਮਾੜਾ ਹੈ। ਪਿਤਾ ਖੁਸ਼ੀ ਬਹੁਤ ਮਨਾ ਰਹੇ ਆ, ਬੜੇ ਖੁਸ਼ ਨੇ ਵੀ ਜਿੱਦਣ ਮੇਰਾ ਪੁੱਤ ਵਿਆਹਿਆ ਗਿਆ ਨਾ, ਇਹਨੂੰ ਅਕਲ ਆ ਜੂਗੀ ਕੰਮਕਾਰ ਕਰਨ ਦੀ। ਜਦੋਂ ਬਗਾਨੀ ਦੀ ਘਰੇ ਆ ਜੂਗੀ ਨਾ, ਲੋਕ ਸ਼ਬਦ ਇਦਾਂ ਹੀ ਵਰਤਦੇ ਆ, ਜਿੰਨਾ ਮਰਜ਼ੀ ਨੂੰਹਾਂ ਨੂੰ ਕੌਣ ਆਪਣਾ ਸਮਝਦਾ ਹੈ। ਸਪਸ਼ਟ ਕਦੇ ਸੁਣ ਲਿਓ ਇਹਨਾਂ ਦੇ ਮੂੰਹ ਤੋਂ, ਕਹਿਣਗੇ ਜਿੱਦਣ ਜੀ ਬਗਾਨੀ ਆ ਗਈ ਨੱਥ ਪਾ ਲੂ ਵੀ ਤੁਹਾਡੀ ਬਣੀ ਹੋਈ ਹੈ, ਦੇਖੋ ਤੁਸੀਂ ਆਪਣਾ ਮੰਨੇ ਹੀ ਨਹੀਂ ਉਹਨੂੰ ਕਦੇ। ਬੇਗਾਨੀ ਪਿਤਾ ਵੀ ਇਹੀ ਸਮਝਦੇ ਆ ਵੀ ਜਿੱਦਣ ਬੇਗਾਨੀ ਘਰੇ ਆ ਜੂਗੀ, ਆਪੇ ਮੱਤ ਦੇ ਦੂਗੀ, ਆਪੇ ਪੈਸੇ ਸਾਹਮਣੇ ਆ ਜਾਣਗੇ ਤੇ ਮੇਰੀ ਸਿਰਦਰਦੀ ਖਤਮ, ਆਪਣਾ ਕਮਾਊ ਆਪਣਾ ਖਾਊ। ਕਹਿੰਦੇ ਇਸ ਖੁਸ਼ੀ ਦੇ ਵਿੱਚ ਆਪਣੇ ਭਰਾ ਲਾਲ ਚੰਦ ਨੂੰ ਗਲਵੱਕੜੀ ਪਾ ਕੇ ਉਹ ਵਧਾਈਆਂ ਦਿੰਦੇ ਨੇ। ਅੰਗਣ ਮੈਂ ਅੰਗਣ ਸੋ ਮੰਗਦੋ ਕੁਲ, ਅਲੰਕਿਤ ਸੋ ਸ਼ਬ ਛਾਈ। ਵਿਹੜੇ ਦੇ ਵਿੱਚ ਔਰਤਾਂ ਨੇ ਨੱਚਣਾ ਗਾਉਣਾ ਸ਼ੁਰੂ ਕੀਤਾ। ਕਲਿਆਣ ਚੰਦ ਕਹਿੰਦੇ ਇਹਨਾਂ ਨੂੰ ਦੁਪੱਟੇ ਵੰਡੋ। ਕਿਆ ਬਾਤ ਹੈ, ਐਡਾ ਵੱਡਾ ਦਿਲ ਵੀ ਜੰਨੀਆਂ ਔਰਤਾਂ ਘਰੇ ਆ ਰਹੀਆਂ ਨੇ, ਨੱਚ ਗਾ ਰਹੀਆਂ ਨੇ ਨਾ, ਬੋਲੀਆਂ ਪਾਉਂਦੀਆਂ, ਸਿੱਠਣੀਆਂ ਦੇ ਰਹੀਆਂ ਨੇ, ਇਹਨਾਂ ਨੂੰ ਕੀਮਤੀ ਦੁਪੱਟੇ ਸ਼ਾਲ ਦੇ ਦਿਓ। ਕਹਿੰਦੇ ਪਿਤਾ ਜੀ ਨੇ ਖੁਸ਼ੀ ਖੁਸ਼ੀ ਚ ਸਾਰਾ ਕੁਝ ਵੰਡਤਾ। ਪਰ ਹੈਰਾਨ ਨੇ ਸਾਰੇ ਸਤਿਗੁਰਾਂ ਦੇ ਚਾਚਾ ਜੀ, ਖੁਦ ਹੈਰਾਨ ਨੇ ਵੀ ਅੱਜ ਮਹਿਤਾ ਜੀ ਨੇ ਐਡਾ ਦਿਲ ਕਿਵੇਂ ਕੱਢ ਲਿਆ। ਜਿਹੜੇ ਰੁਪਈਏ ਦਾ ਹਿਸਾਬ ਰੱਖਦੇ ਆ, ਆਪਣੇ ਪੁੱਤ ਨੂੰ ਨਹੀਂ ਬਖਸ਼ਦੇ, ਅੱਜ ਇੰਨੀ ਖੁਸ਼ੀ ਕਿਵੇਂ ਆ ਗਈ? ਕਿਉਂਕਿ ਪਿਤਾ ਨੂੰ ਇਹ ਲੱਗਦਾ ਸੀ, ਬਾਪੂ ਦੀ ਸੋਚ ਪਤਾ ਕੀ ਸੀ? ਉਹ ਕਹਿੰਦੇ ਸੀ ਮੇਰਾ ਪੁੱਤ ਖੋਟਾ ਸਿੱਖ ਹੈ। ਪਿਤਾ ਕਹਿੰਦੇ ਸੀ, ਕਿਹਨੂੰ ਕਹਿੰਦੇ ਸੀ? ਰੱਬ ਨੂੰ। ਕਹਿੰਦੇ ਅੱਜ ਚੱਲ ਗਿਆ ਖੁਦਾ ਦਾ ਨਾਮ, ਆ ਖੁਸ਼ੀ ਮਨਾਉਂਦੇ ਫਿਰਦੇ। ਪਰ ਪਿਤਾ ਕਦੇ ਸਮਝ ਹੀ ਨਹੀਂ ਸਕੇ, ਦੁਨੀਆ ਦੇ ਸਿੱਕੇ ਇਹਨਾਂ ਦੇ ਚਰਨਾਂ 'ਚ ਝੁਕਦੇ ਆ। ਵੱਡੀਆਂ ਵੱਡੀਆਂ ਹਕੂਮਤਾਂ ਇਹਨਾਂ ਦੇ ਚਰਨਾਂ ਤੋਂ ਚੱਲੀਆਂ ਨੇ, ਬਾਬਰ ਵਰਗੀਆਂ। ਬਾਬਰ ਵਰਗੇ ਬਾਦਸ਼ਾਹ ਇਹਨਾਂ ਨੂੰ ਬਾਦਸ਼ਾਹ ਕਿਹਨੇ ਦਿੱਤੀ ਹੈ? ਗੁਰੂ ਨਾਨਕ ਸਾਹਿਬ ਨੇ ਬਖਸ਼ੀ ਸੀ। ਕੀ ਸੀ ਉਹਨਾਂ ਕੋਲ? ਉਦੋਂ ਪਹਿਲਾਂ ਸਮੇਂ ਦਾ ਰਾਜ ਪੜ੍ਹ ਕੇ ਵੇਖ ਲਓ, ਮੁਗਲਾਂ ਤੋਂ ਪਹਿਲਾਂ ਕੀ ਸੀ, ਕੀ ਕੁਝ ਚੱਲਦਾ ਸੀ ਇੱਥੇ। ਇਹ ਜੋ ਕੁਝ ਵੀ ਬਖਸ਼ਿਸ਼ਾਂ ਹੋਈਆਂ ਨੇ, ਭਾਵ ਔਰੰਗਜ਼ੇਬ ਵੀ ਇਸ ਤਖਤ ਤੇ ਬੈਠਾ, ਇਹ ਸਭ ਰਹਿਮਤਾਂ ਗੁਰੂ ਨਾਨਕ ਸਾਹਿਬ ਦੀਆਂ ਸੀ। ਰਾਜ ਭਾਵ ਉਹਨਾਂ ਨੇ ਦਿੱਤਾ ਹੈ। ਤੇ ਫਿਰ ਇਹ ਵੀ ਕਹਿ ਦਿੱਤਾ ਸੀ, ਅੱਜ ਦੇ ਦਿੱਤਾ ਏ, ਜੇ ਤੰਗ ਕਰੋਗੇ, ਗਲਤ ਕੰਮ ਕਰੋਗੇ, ਸਿਰ ਦੇ ਕੇ ਵੀ ਲੈ ਲਾਂਗੇ। ਉਹ ਸਤਿਗੁਰੂ ਸੱਚੇ ਪਾਤਸ਼ਾਹ, ਉਹਨਾਂ ਦੇ ਵਿਆਹ ਸ਼ਗਨ ਦੀ ਖੁਸ਼ੀ ਪਿਤਾ ਤੋਂ ਸਾਂਭੀ ਜਾਂਦੀ ਨਹੀਂ। ਨਾਨਕ ਰੂਪ ਲਖਿਓ ਅਵਤਾਰ ਕੋ, ਬੈਸ ਸ਼ਰੀਕਨ ਜਾਂ ਬਿਦ ਗਾਈ। ਜਦੋਂ ਕਹਿੰਦੇ ਸਾਰੇ ਸ਼ਰੀਕੇ ਵਾਲੇ ਬੈਠੇ ਸੀ, ਔਰ ਸਤਿਗੁਰਾਂ ਦੇ ਪਿਤਾ ਪਤਾ ਕੀ ਕਹਿੰਦੇ ਆ? ਕਹਿੰਦੇ ਮੈਨੂੰ ਅੱਜ ਪਤਾ ਲੱਗਿਆ ਮੇਰਾ ਪੁੱਤ ਰੱਬ ਹੈ। ਉਹ ਇਹਦੇ ਮੂੰਹ ਨਹੀਂ ਵੇਖਣ ਸਾਰੇ ਵੀ ਹੁਣ ਤੱਕ ਤੇ ਮਨ ਦੀਆਂ ਗਾਲਾਂ ਕੱਢਦੇ ਸੀ। ਕਹਿੰਦੇ ਸੀ ਇਹਨੂੰ ਮੱਤ ਨਹੀਂ, ਇਹਨੂੰ ਸਮਝ ਨਹੀਂ, ਇਹਨੇ ਘਰ ਜਾੜਤਾ। ਅੱਜ ਖੁਸ਼ੀ ਹੈ, ਕਿਉਂਕਿ ਬੰਦਾ ਖੁਸ਼ੀ 'ਚ ਕਈ ਵਾਰ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰ ਲੈਂਦਾ, ਨਿਭਦੇ ਨਹੀਂ ਹੁੰਦੇ। ਪਿਤਾ ਜੀ ਕਹੀ ਜਾਣ, ਕਹਿੰਦੇ ਮੇਰਾ ਪੁੱਤ ਰੱਬ ਹੈ। ਵੇਖਿਆ ਬੇਦੀਆਂ ਦੇ ਘਰੇ ਮੈਨੂੰ ਲੱਗਦਾ ਸੂਰਜ ਚੜਿਆ ਏ। ਸੋਰਠ ਧਰਮੇ ਕਸਨ ਬੰਦ, ਭਿਆ ਬੇਦੀਨ ਕੁਲ ਵਿਖੇ, ਕਾਲੂ ਸੁਤ ਸਤ ਸੰਦ, ਨਿਰਮਲ ਕੁਲ ਸਭ ਹੀ ਕਰੀ। ਜਦੋਂ ਕਹਿੰਦੇ ਪਿਤਾ ਜੀ ਨੇ ਆਪਣੇ ਪੁੱਤਰ ਦੀ ਸ਼ਰੀਕੇ ਸਾਹਮਣੇ ਤਾਰੀਫ ਕੀਤੀ ਤੇ ਸ਼ਰੀਕੇ ਵਾਲੇ ਵੀ ਮਹਿਮਾ ਲਾਗੇ। ਚਲੋ ਇਹ ਤੇ ਗੁਰੂ ਪਾਤਸ਼ਾਹ ਦਾ ਜੀਵਨ ਹੈ, ਉਹਨਾਂ ਦੇ ਜੀਵਨ 'ਚ ਕੋਈ ਦਾਗ ਨਹੀਂ, ਬੇਦਾਗ ਹਸਤੀ ਹੈ। ਕਹਿਣਗੇ ਸਾਰੇ ਚੰਗਾ। ਇੱਥੇ ਤੇ ਦੁਨੀਆ ਦੇ ਵਿੱਚ ਕੋਈ ਮਰ ਵੀ ਜਾਏ ਨਾ, ਪਤਾ ਸਾਰਿਆਂ ਨੂੰ ਹੁੰਦਾ ਵੀ ਕਿਹਦੇ ਕਿਹਦੇ ਪੈਸੇ ਦੱਬ ਗਿਆ। ਮੈਂ ਤੇ ਅੱਜ ਤੱਕ ਕਿਸੇ ਭੋਗ ਤੇ ਜਾ ਕੇ ਨਹੀਂ ਸੁਣਿਆ ਵੀ ਕੋਈ ਕਹਿੰਦਾ ਹੋਵੇ ਬਹੁਤ ਮਾੜਾ ਜੀ, ਵਧੀਆ ਹੋ ਗਿਆ। ਹਰੇਕ ਇਹ ਕਹਿੰਦਾ ਹੈ ਬੰਦਾ ਬੜਾ ਦਰਵੇਸ਼ ਸੀ,
ਭਾਈ ਜੇ ਇਹੋ ਜਿਹੇ ਚੋਰ ਠੱਗ ਵੀ ਦਰਵੇਸ਼ ਹੁੰਦੇ ਆ ਤੇ ਫਿਰ ਸਾਡੀ ਵਾਰੀ ਤੇ ਬੱਲੇ ਬੱਲੇ ਬੜੀ ਹੋਊਗਾ ਸਤਿਨਾਮ। ਜਿੱਦਣ ਆਪਾਂ ਮਰਾਂਗੇ ਉਧਰ ਦੇ ਲੋਕੀ ਕਹਿਣਗੇ ਰੱਬ ਸੀ ਭਾਈ ਸਾਹਿਬ ਤੇ। ਇਹ ਤੇ ਦੁਨੀਆ, ਜੇ ਜ਼ਮਾਨਾ ਮਾੜੇ ਬੰਦੇ ਨੂੰ ਇੰਨਾ ਚੰਗਾ ਕਹਿ ਸਕਦਾ ਹੈ ਤੇ ਫਿਰ ਆਪਣੀ ਤੇ ਵੱਟ ਤੇ ਮਹਿਮਾ ਪਈ ਹੈ। ਸਵਾਲ ਹੈ, ਉਹ ਕਲਿਆਣ ਚੰਦ ਜੀ ਨੂੰ ਖੁਸ਼ ਕਰਨ ਵਾਸਤੇ ਤਾਰੀਫਾਂ ਕਰਦੇ ਨੇ, ਕਿਉਂਕਿ ਇਹਨਾਂ ਵੇਦੀਆਂ ਦੀ ਵੰਸ਼ ਵਿੱਚੋਂ ਵੀ ਗੁਰੂ ਪਾਤਸ਼ਾਹ ਨੂੰ ਸਮਝਣ ਵਾਲਾ ਕੋਈ ਨਹੀਂ ਸੀ। ਧਿਆਨ ਦੇ ਕੇ ਸੁਣਿਓ ਇਹ ਗੱਲ, ਕਿਉਂਕਿ ਜੇ ਤੇ ਗੁਰੂ ਸਾਹਿਬ ਹੁੰਦੇ ਦੁਨਿਆਵੀ ਬੱਚੇ ਫਿਰ ਤੇ ਚੰਗਾ ਮਾੜਾ ਕਿਹਾ ਜਾ ਸਕਦਾ ਸੀ। ਜਿਨ੍ਹਾਂ ਨੇ ਸੁਰਤ ਤੋਂ ਪਛਾਣਿਆ, ਜਿਵੇਂ ਭਾਈ ਬਾਲਾ ਜੀ, ਭੈਣ ਨਾਨਕੀ ਜੀ, ਅੱਗੇ ਭਾਈ ਮਰਦਾਨਾ ਜੀ ਦਾ ਜ਼ਿਕਰ ਸ਼ੁਰੂ ਹੋ ਜਾਂਦਾ ਹੈ, ਇਹਨਾਂ ਨੇ ਜਾਣਿਆ ਸੀ ਕੌਣ ਹੈ। ਜਾਂ ਰਾਏ ਬਲਾਰ ਨੂੰ ਪਤਾ ਸੀ ਵੀ ਖੁਸ਼ੀ ਗਮੀ ਤੋਂ ਉੱਪਰ ਨੇ, ਇਹ ਨਾ ਘੱਟ ਨੇ ਨਾ ਵੱਧ ਨੇ, ਨਾ ਚੰਗੇ ਨੇ ਨਾ ਮਾੜੇ, ਤੇ ਆਪ ਪਰਮੇਸ਼ਰ ਨੇ। ਤੇ ਸ਼ਰੀਕੇ ਵਾਲੇ ਕਹਿਣ ਕਮਾਊ ਪੁੱਤ ਨਿਕਲਿਆ। ਇਦਾਂ ਹੀ ਹੁੰਦਾ ਜ਼ਮਾਨੇ 'ਚ, ਵਿਆਹਾਂ 'ਚ ਖਾਣ ਪੀਣ ਵੇਲੇ ਤਾਰੀਫਾਂ ਬੜੀਆਂ ਕਰਦੇ ਆ, ਮਰੇ ਤੋਂ ਵੀ ਕਰ ਜਾਂਦੇ ਆ, ਪਰ ਪਿੱਠ ਪਿੱਛੇ ਹੁੰਦੀ ਸਦਾ ਹੀ ਬੁਰਾਈ। ਆਖੋ ਸਤਿਨਾਮ। ਜਿਹੜੇ ਇਕੱਠੇ ਬਹਿ ਬਹਿ ਕਹਿੰਦੇ ਆ ਨਾ ਬਾਈ ਬਹੁਤ ਚੰਗਾ ਤੁਹਾਡਾ ਮੁੰਡਾ, ਪਿੱਠ ਪਿੱਛੋਂ ਕਹਿੰਦੇ ਹੁਣ ਨਿਕਲਣਾ ਧੂਆਂ ਕਰੋ, ਹੋ ਗਿਆ ਨਾ ਵਿਆਹ, ਲੈ 6 ਮਹੀਨੇ ਨਹੀਂ ਕੱਢਦਾ ਹੁਣ ਹੋ ਕੇ ਲੱਗ ਬੈਠੋ। ਉਹੀ ਗੱਲਾਂ ਪਕੌੜੇ ਖਾ ਕੇ ਕਰਦੇ ਆ। ਪਰ ਉਸ ਵੇਲੇ ਕਹਿੰਦੇ ਬੇਦੀਆਂ ਨੇ ਜੀ ਖੂਬ ਮਹਿਮਾ ਕੀਤੀ, ਤਾਰੀਫਾਂ ਕੀਤੀਆਂ, ਕਹਿੰਦੇ ਸਾਊ ਬੜੇ ਆ, ਦਰਵੇਸ਼ ਬੜੇ ਆ। ਉਹ ਅੱਜ ਤੇ ਉਹ ਕਲਿਆਣ ਚੰਦ ਜੀ ਨੂੰ ਵੀ ਕਹਿੰਦੇ ਆ, ਕਹਿੰਦੇ ਭਾਈ ਤੇਰਾ ਤੇ ਚੰਗਾ ਸੰਧ ਪੈ ਗਿਆ, ਮਤਲਬ ਜੋੜ, ਕਹਿੰਦੇ ਰੱਬ ਦੇ ਘਰ ਨਾਲ ਜੋੜ ਹੈ ਤੇਰਾ। ਜਿਹੜੇ ਰੋਜ਼ ਹੀ ਲੜਦੇ ਸੀ ਵੀ ਤੂੰ ਲਾਲਚੀ ਐ, ਤੂੰ ਏਦਾਂ ਕਰਦਾ ਹੈ, ਆਪਣੇ ਮੁੰਡੇ ਨੂੰ ਝਿੜਕਦਾ, ਤੂੰ ਸਮਝ ਨਹੀਂ ਸਕਦਾ, ਖੁਸ਼ੀਆਂ ਦੇ ਵੇਲੇ ਵਧਾਈਆਂ ਦਿੰਦੇ ਉਹ ਵੀ ਤਾਰੀਫਾਂ ਕਰਦੇ ਨੇ। ਦੋਹਰ ਸ੍ਰੀ ਨਾਨਕ ਕੀ ਨਾਨਕੇ ਬੋਲ ਪਠੇ ਸ਼ੁੱਧ ਦੇ, ਚਲ ਆਏ ਤਤਕਾਲ ਸੋ ਨੇਗ ਆਪਣੋ ਲੈ। ਪਿਤਾ ਜੀ ਨੇ ਉਸੇ ਵੇਲੇ ਖੁਸ਼ੀ ਖੁਸ਼ੀ ਚ ਆਪਣੇ ਸਹੁਰਿਆਂ ਨੂੰ ਚਿੱਠੀ ਭੇਜ ਦਿੱਤੀ। ਗੁਰੂ ਨਾਨਕ ਸਾਹਿਬ ਜੀ ਦੇ ਨਾਨਕੇ, ਤੇ ਨਾਨਕਿਆਂ ਨੂੰ ਤੇ ਫਿਰ ਚਾਈ ਹੁੰਦਾ ਦੋਤਿਆਂ ਦਾ, ਨਾਨੀ ਹੋਵੇ ਮਾਮੀ ਹੋਵੇ, ਬੜਾ ਚਾਅ ਚੱਕਦੇ। ਜਿਸ ਵੇਲੇ ਸਤਿਗੁਰਾਂ ਦੇ ਨਾਨਕੇ ਪਿੰਡ ਖਬਰ ਪਹੁੰਚੀ, ਉਹਨਾਂ ਵੀ ਸਮਾਨ ਸਮੂਨ ਇਕੱਠਾ ਕਰ ਲਿਆ ਨਾਨਕੇ ਮਿਲਣੇ। ਕਹਿੰਦੇ ਭਰੋ ਗੱਡੇ ਚੱਲੀਏ ਬਈ, ਭਾਗਾਂ ਵਾਲਾ ਦਿਨ ਆਇਆ। ਅੱਜ ਤੱਕ ਬੜਿਆਂ ਨੇ ਬੜਾ ਇਤਿਹਾਸ ਸੁਣਿਆ, ਬੜੇ ਲੋਕੀ ਫੋਨ ਕਰਕੇ ਵੀ ਪੁੱਛਦੇ ਹੁੰਦੇ ਆ ਜੀ ਗੁਰੂ ਨਾਨਕ ਸਾਹਿਬ ਦੇ ਨਾਨਕੇ ਕਿੱਥੇ ਨੇ, ਤੁਹਾਨੂੰ ਪਤਾ ਜੀ? ਕਿਸੇ ਨੂੰ ਪਤਾ ਹੋਵੇ ਤਾਂ ਸਾਨੂੰ ਜ਼ਰੂਰ ਦੱਸਿਓ। ਇਹ ਅੱਜ ਤੱਕ ਰਹੱਸ ਹੀ ਬਣਿਆ ਹੋਇਆ ਹੈ ਵੀ ਗੁਰੂ ਸਾਹਿਬ ਦੇ ਨਾਨਕੇ ਪਿੰਡ ਕਿੱਥੇ ਆ। ਅੱਜ ਲਿਖ ਲਓ, ਨੋਟ ਕਰ ਲਓ, ਦੁਬਾਰਾ ਕਦੇ ਨਹੀਂ ਸੁਣਾਉਣਾ, ਕਿਉਂਕਿ ਉਹ ਚੈਪਟਰ ਨਹੀਂ ਹੋਣਾ। ਸਤਿਗੁਰਾਂ ਦੇ ਨਾਨਕੇ ਲਾਹੌਰ ਤੋਂ 15 ਕਿਲੋਮੀਟਰ ਦੂਰ ਡੇਰਾ ਚਾਹਲ, ਜਿੱਥੇ ਭੈਣ ਨਾਨਕੀ ਜੀ ਦਾ ਅਵਤਾਰ ਹੋਇਆ ਸੀ। ਚਾਹਲ ਪਿੰਡ ਹੈ, ਡੇਰਾ ਇਸ ਲਈ ਕਹਿੰਦੇ ਆ। ਅੱਜ ਵੀ ਨਾ ਤੁਸੀਂ ਉਸ ਪਾਸੇ ਜਾਓਗੇ, ਡੇਰਾ ਬਾਬਾ ਨਾਨਕ, ਉਹ ਡੇਰਾ ਕਿਉਂ ਲੱਗ ਗਿਆ ਜੀ? ਉੱਥੇ ਡੇਰਾ ਸੀ ਕਿਸੇ ਦਾ? ਨਹੀਂ, ਜਿਹੜਾ ਇਹ ਲਹਿੰਦਾ ਪੰਜਾਬ ਆ ਨਾ, ਕਿਉਂਕਿ ਡੇਰਾ ਬਾਬਾ ਨਾਨਕ ਪਹਿਲਾਂ ਪਾਕਿਸਤਾਨ 'ਚ ਸੀ, ਜਦੋਂ ਬਣਿਆ ਪਾਰਟੀਸ਼ਨ ਹੋਈ, ਬਾਅਦ 'ਚੋਂ ਇੱਧਰ ਆ ਗਿਆ। ਪਹਿਲਾਂ ਵੀ ਮੈਂ ਬੇਨਤੀ ਕੀਤੀ ਹੈ, ਜਿੰਨੇ ਅਗਰ ਤੁਹਾਨੂੰ ਅਸਥਾਨ ਮਿਲਣਗੇ, ਡੇਰਾ ਪੀਰ ਨਗਾਹ, ਡੇਰਾ ਬਾਬਾ ਨਾਨਕ, ਇਸੇ ਤਰ੍ਹਾਂ ਕਈ ਪਿੰਡ ਹੋਰ ਮਿਲਣਗੇ, ਤੇ ਇਹਦਾ ਨਾਂ ਸੀ ਡੇਰਾ ਚਾਹਲ। ਜਿਵੇਂ ਆਪਣੇ ਆ ਰੋਪੜ ਦੇ ਇਲਾਕੇ 'ਚ ਤੁਹਾਨੂੰ ਮਾਜਰੇ ਮੂਜਰੇ 'ਚ ਬਹੁਤ ਮਿਲਣਗੇ, ਸੈਣੀ ਮਾਜਰਾ, ਫਲਾਣਾ ਮਾਜਰਾ, ਭੱਟ ਮਾਜਰਾ, ਕਿੰਨੇ ਆ। ਤੇ ਇੱਧਰ ਨੂੰ ਚਲੇ ਜਾਓ ਪੁਰਪੁਰ, ਯੂਪੀ ਵਾਲੇ ਪਾਸੇ, ਬਾਜਪੁਰ, ਤਾਜਪੁਰ, ਉਦੈਪੁਰ, ਰੁਦਰਪੁਰ, ਉਧਰਪੁਰ ਚੱਲਦੇ ਆ। ਇੱਧਰ ਇੱਦਾਂ ਦਾ ਕੰਮ ਹੈ। ਕਿਤੇ ਹੋਰ ਪਾਸੇ ਚੱਲ ਜਾਓ, ਇਲਾਕਿਆਂ ਦੇ ਨਾਮਾਂ ਦਾ ਫਰਕ ਹੈ। ਕਿਤੇ ਢਾਣੀਆਂ ਹੁੰਦੀਆਂ ਨੇ, ਕਿਤੇ ਡੇਰੇ ਹੁੰਦੇ ਨੇ। ਕਹਿੰਦੇ ਉਸ ਪਿੰਡ ਦਾ ਨਾਮ ਹੈ, ਉਹ ਚਾਹਲ ਲੋਕਾਂ ਦਾ ਪਿੰਡ ਸੀ ਜਾਤੀ, ਡੇਰਾ ਚਾਹਲ। ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਨਾਨਕੇ ਨੇ। ਮਾਤਾ ਤ੍ਰਿਪਤਾ ਜੀ ਦਾ ਪਿੰਡ ਹੈ ਉਹ ਡੇਰਾ ਚਾਹਲ, ਬਿਲਕੁਲ ਲਾਹੌਰ ਦੇ ਨੇੜੇ। ਤੇ ਜਦੋਂ ਕਹਿੰਦੇ ਚਾਹਲ ਵਾਲਿਆਂ ਨੂੰ ਪਤਾ ਲੱਗਿਆ ਵੀ ਦੋਤੇ ਦਾ ਵਿਆਹ ਹੋ ਗਿਆ, ਫਿਰ ਚਾਹ ਕੀ ਨਹੀਂ ਹੁੰਦਾ, ਨਾਨਕਾ ਮੇਲ ਤੇ ਆਉਂਦਾ ਸ਼ਤਾਬਦੀ ਵਾਂਗੂ ਬਚੇਗਾ। ਭਰ ਲਏ ਜੀ ਗੱਡੇ ਉਹਨਾਂ ਨੇ। ਅੱਗੇ ਨਾਨਕਿਆਂ ਦੇ ਸਿਰ ਜ਼ਿੰਮੇਵਾਰੀ ਹੁੰਦੀ ਸੀ, ਇਹ ਤੇ ਚਲੋ ਹੁਣ ਜ਼ਮਾਨਾ ਐਡਵਾਂਸ ਹੋ ਗਿਆ, ਥੋੜਾ ਜਿਹਾ ਘਟ ਗਿਆ। ਅੱਗੇ ਨਾਨਕਿਆਂ ਸਿਰ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਸੀ। ਉਹ ਕੀ ਵੀ ਜੇ ਹੁਣ ਦੋਤੇ ਦਾ ਵਿਆਹ ਹੈ ਨਾ, ਤੇ ਘਰ ਨੂੰ ਤੇ ਮਾੜੀ ਮੋਟੀ ਅੱਗ ਲਾਉਣੀ ਪੈਣੀ ਆ। ਮਾਮਾ ਕਹਿੰਦਾ ਮੈਨੂੰ 1.25 ਲੱਖ ਪਾਉਣਾ ਪੈਣਾ, ਉਹ ਕਹਿੰਦਾ ਮੈਨੂੰ ਏਦਾਂ, ਚਲੋ ਹੁਣ ਤੇ ਗਿਣਤੀ ਅੱਗੇ ਚਲੇਗੀ, 1.25 ਲੱਖ ਵਾਲਾ ਜ਼ਮਾਨਾ ਹੀ ਨਹੀਂ ਹੈ। ਨਾਨਕਿਆਂ ਦੇ ਉੱਤੇ ਆਸਾਂ ਸੀ ਵੀ ਸੋਨੇ ਦੀਆਂ ਮੁੰਦਰੀਆਂ ਪਾਉਣਗੇ, ਕੰਨਾਂ ਕੁੰਨਾਂ ਨੂੰ ਲੈ ਕੇ ਆਉਣਗੇ, ਕੜੇ ਕੁੜੇ ਲਿਆਉਣਗੇ, ਕੱਪੜੇ ਕੁਪੜੇ ਲਿਆਉਣਗੇ।
ਵਿਚਾਰਿਆਂ ਦੇ ਭਾਰੀ ਹੁੰਦਾ, ਪਰ ਉਹ ਖੁਸ਼ੀ ਨਾ ਕਰਦੇ ਸੀ। ਜਦੋਂ ਕਹਿੰਦੇ ਜੀ ਪਤਾ ਲੱਗਿਆ ਸਤਿਗੁਰਾਂ ਦੇ ਨਾਨਾ ਜੀ ਨੂੰ, ਨਾਨੀ ਜੀ ਨੂੰ, ਬਾਬਾ ਜੀ ਨੂੰ, ਮਾਮੀ ਜੀ ਨੂੰ, ਕਹਿੰਦੇ ਇੰਨਾ ਚਾਅ ਚੜਿਆ, ਖੁਸ਼ੀ 'ਚ ਹੀ ਸਾਰਾ ਕੁਝ ਇਕੱਠਾ ਕਰ ਲਿਆ, ਕਿਉਂਕਿ ਗੁਰੂ ਸਾਹਿਬ ਨੂੰ ਨਾਨਕੇ ਪਿਆਰ ਬਹੁਤ ਕਰਦੇ ਸੀ। ਐਵੇਂ ਨਹੀਂ ਇੱਥੇ ਜਿਹਨੂੰ ਮਰਜ਼ੀ ਛੇੜਦਾ, ਕਹਿੰਦਾ ਮੈਨੂੰ ਮੇਰੀ ਨਾਨੀ ਬਹੁਤ ਪਿਆਰ ਕਰਦੀ ਹੈ। ਨਾਨਕੇ ਕਿਤੇ ਨਹੀਂ ਕਰਦੇ, ਪਰ ਸਤਿਗੁਰਾਂ ਦੇ ਨਾਨਕੇ ਪਿਆਰ ਦੁਨੀਆ ਵਾਲਾ ਨਹੀਂ ਸੀ ਕਰਦੇ। ਕਿਤੇ ਨਾ ਕਿਤੇ ਉਹ ਵੀ ਨਾਨਕੀ ਜੀ ਦੇ ਵਾਂਗ ਜਾਣਦੇ ਸੀ ਵੀ ਸਾਡਾ ਦੋਤਾ ਨਹੀਂ ਹੈ, ਕੋਈ ਰੱਬੀ ਨੂਰ ਹੈ। ਖੁਸ਼ੀ ਖੀਵੇ ਦੀ ਸਵਾਰ ਹੈ। ਫਟਾਫਟ ਉਹਨਾਂ ਸੋਹਣੇ ਸੋਹਣੇ ਕੱਪੜੇ ਬਣਾ ਲਏ, ਕੁਛ ਦਿਨਾਂ 'ਚ ਚੱਲ ਪਏ ਬਹੀਰਾ ਕਰਦੇ। ਇੰਨੀ ਖੁਸ਼ੀ ਹੈ, ਉਹ ਕਹਿੰਦੇ ਹੁਣ ਜਾ ਕੇ ਮਿਲਾਂਗੇ, ਵੇਖਾਂਗੇ ਵਿਆਹ ਦੇ ਵਿੱਚ ਗੁਰੂ ਸਾਹਿਬ ਸਾਨੂੰ ਕਿੱਦਾਂ ਮਿਲਦੇ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਨਾਨੀ ਸੀ ਜਿਹੜੀ ਸਮਝਦੀ ਸੀ, ਬਹੁਤ ਪ੍ਰੇਮ ਕਰਦੀ ਸੀ ਨਾਨੀ। ਉਹ ਨਾਨੀ ਨੇ ਕਦੇ ਮੋਹ ਨਹੀਂ ਸੀ ਕੀਤਾ ਵੀ ਦੋਤਾ ਹੀ ਬੇੜਾ, ਇਹੋ ਜਿਹਾ ਕੰਮ ਨਹੀਂ। ਉਹ ਜਾਣਦੀ ਸੀ ਕੋਈ ਰੱਬੀ ਨੂਰ ਹੈ, ਇਹਨਾਂ ਦੇ ਕੋਲ ਬਹਿ ਕੇ ਨਾ ਸ਼ਾਂਤੀ ਮਿਲਦੀ, ਇਕਾਗਰਤਾ ਬਣਦੀ ਹੈ, ਇਹ ਬੰਦਗੀ ਦੀ ਮੂਰਤ ਨੇ। ਤੇ ਗੁਰੂ ਸਾਹਿਬ ਦਾ ਵੀ ਧਿਆਨ ਦੇ ਕੇ ਸੁਣਿਓ, ਗੁਰੂ ਨਾਨਕ ਸਾਹਿਬ ਜੀ ਦਾ ਸਭ ਤੋਂ ਵੱਧ ਪ੍ਰੇਮ ਆਪਣੀ ਨਾਨੀ ਨਾਲ ਸੀ। ਤੁਸੀਂ ਮੈਨੂੰ ਨਹੀਂ ਲੱਗਦਾ ਕਿਸੇ ਜਗ੍ਹਾ ਤੇ ਸੁਣਿਆ ਹੋਣਾ। ਜਦੋਂ ਆਪਾਂ ਗੁਰੂ ਸਾਹਿਬ ਜੀ ਦੀ ਬਾਇਓਗ੍ਰਾਫੀ ਪੜ੍ਹਦੇ ਆ ਨਾ, ਜਾ ਰਹੇ ਆ ਵਿੱਚ, ਤੇ ਜਦੋਂ ਇਹਨਾਂ ਚੀਜ਼ਾਂ ਨੂੰ ਸੁਣਦੇ ਆ ਨਾ, ਫਿਰ ਸਤਿਗੁਰਾਂ ਨਾਲ ਲਗਾਵ ਹੋਰ ਵੱਧ ਜਾਂਦਾ, ਪ੍ਰੇਮ ਹੋਰ ਵੱਧ ਜਾਂਦਾ ਹੈ। ਤੇ ਨਾਨੀ ਹੀ ਸੀ ਉਹ ਜਿਹੜੀ ਗੁਰੂ ਨਾਨਕ ਸਾਹਿਬ ਨੂੰ ਸਾਰੀ ਜ਼ਿੰਦਗੀ ਰੱਬ ਰੱਬ ਕਰਕੇ ਨਾਨਕ ਨਾਨਕ ਜਪਦੀ ਸੀ। ਤੇ ਉਧਰੋਂ ਵੀ ਜੀ ਖੱਤ ਜਦੋਂ ਪਹੁੰਚਿਆ ਖੁਸ਼ੀਆਂ ਦਾ, ਖੁਸ਼ੀਆਂ ਦੇ ਨਾਲ ਮਾਮੇ ਨਾਨੇ ਤਿਆਰ ਹੋ ਗਏ। ਚੌਪਈ ਸ਼੍ਰੀ ਨਾਨਕ ਜਨਨੀ ਪਿਤ ਰਾਮਾ, ਮਾਤੁਲ ਸ੍ਰਿਸ਼ਟ ਕ੍ਰਿਸ਼ਨਾ ਨਾਮਾ। ਹੁਣ ਜੇ ਨਾਨਕੇ ਪਿੰਡ ਦਾ ਪਤਾ ਲੱਗ ਗਿਆ ਜੀ, ਫਿਰ ਨਾਮ ਵੀ ਪਤਾ ਹੋਣੇ ਚਾਹੀਦੇ ਆ ਵੀ ਨਾਨਾ ਜੀ ਦਾ ਨਾਮ ਕੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਨਾਨਾ ਜੀ, ਜਿਨ੍ਹਾਂ ਦਾ ਨਾਮ ਸੀ ਰਾਮਾ ਜੀ, ਕਹਿੰਦੇ ਬਹੁਤ ਖੁਸ਼ ਨੇ। ਭਾਵ ਮਾਂ ਤ੍ਰਿਪਤਾ ਦੇ ਪਿਤਾ ਸਤਿਗੁਰਾਂ ਦੇ ਨਾਨਾ ਜੀ, ਨਾਨਾ ਰਾਮਾ ਜੀ ਖੁਸ਼ੀ ਦੇ ਵਿੱਚ ਇੰਨੇ ਚਾਅ ਨੇ। ਕਹਿੰਦੇ ਜੀ ਸੋਹਣੇ ਸੋਹਣੇ ਕੱਪੜੇ ਸਲਾ ਲਏ ਉਹਨਾਂ ਨੇ, ਬਣਵਾ ਲਏ, ਕਹਿੰਦੇ ਮੈਂ ਤੇ ਜਾਣਾ ਜ਼ਰੂਰ ਹੈ। ਤੇ ਮਾਂ ਤ੍ਰਿਪਤਾ ਦੇ ਵੱਡੇ ਭਰਾ ਜਿਨ੍ਹਾਂ ਦਾ ਨਾਮ ਸੀ ਕ੍ਰਿਸ਼ਨਾ ਜੀ, ਮਾਮਾ ਕ੍ਰਿਸ਼ਨਾ, ਨਾਨਾ ਰਾਮਾ ਜੀ, ਇਕੱਠੇ ਬਹਿ ਕੇ ਸਲਾਹ ਕੀਤੀ ਵੀ ਆਪਾਂ ਇਸ ਵਿਆਹ ਦੇ ਵਿੱਚ ਚੰਗੀ ਮਾਇਆ ਉਡਾਉਣੀ ਹੈ, ਚੰਗੀ ਮਾਇਆ। ਹੁਣ ਉਹਨਾਂ ਦਾ ਭਾਣਜਾ ਹੈ, ਉਹਨਾਂ ਦਾ ਦੋਤਾ ਹੈ, ਖੁਸ਼ੀ ਬਹੁਤ ਸੀ, ਅੰਦਰੋਂ ਪ੍ਰੇਮ ਕਰਦੇ ਆ। ਵੈਸੇ ਅੱਜ ਵੀ ਨਾਨਕੇ ਨੂੰ ਕੇ ਕਸਰ ਕਿਸੇ ਦਿਨ ਛੱਡਦੇ, ਚਲੋ ਅਲੱਗ ਗੱਲ ਆ, ਭਾਵੇਂ ਗਾਲਾਂ ਗੁਣਾ ਕੱਢਦੇ ਹੋਣ, ਅਗਲੇ ਕਹਿੰਦੇ ਯਾਰ ਜਾਣਾ ਹੀ ਪੈਣਾ, ਬਣਾਇਆ ਇੱਕੋ ਹੀ ਤੇ ਹੈ, ਉਤੋਂ ਤੋੜ ਭਾਵੇਂ। ਉਸ ਵੇਲੇ ਇਹਨਾਂ ਨੇ ਜੀ ਆਪਣੇ ਲਾਗੀਆਂ ਨੂੰ ਬੁਲਾਇਆ। ਦੇਖੋ ਲਾਗੀ ਸਾਰਿਆਂ ਦੇ ਆਉਂਦੇ ਸੀ, ਭਾਵੇਂ ਨਾਨਕੇ ਨੇ, ਦਾਦਕੇ ਨੇ, ਸਹੁਰੇ ਨੇ, ਕੁੜਮਾਚਾਰੀ ਹੈ, ਸਭ ਦੇ ਆਪਣੇ ਆਪਣੇ ਲਾਗੀ ਹੁੰਦੇ ਸੀ ਜਿਹਨਾਂ ਲਾਗ ਲੈਣਾ ਜਿਹੜਾ ਹੁੰਦਾ। ਚੰਗੀਆਂ ਸਾਂਝਾਂ ਸੀ ਲੋਕਾਂ ਦੀਆਂ। ਸਤਿਗੁਰਾਂ ਦੇ ਨਾਨਾ ਜੀ ਰਾਮਾ ਜੀ, ਮਾਮਾ ਕ੍ਰਿਸ਼ਨਾ ਜੀ, ਤੇ ਇੱਕ ਸਤਿਗੁਰਾਂ ਦੇ ਛੋਟੇ ਮਾਮੇ ਸੀ ਹੋਰ, ਉਹ ਵੀ ਕੋਲ ਬੈਠੇ ਸਲਾਹ ਕੀਤੀ ਹੈ, ਗੁਰਮਤਾ ਕੀਤਾ ਆਪਣਾ ਵੀ ਕੀ ਕੀ ਲੈ ਕੇ ਜਾਣਾ ਹੈ, ਕੀ ਕੀ ਵੰਡਣਾ ਹੈ। ਪਤਾ ਲੱਗੇ ਨਾਨਕਾ ਮੇਲ ਆਇਆ ਏ। ਨਾਨਕ ਜਨਨੀ ਮਾਤ ਪਿਰਾਈ, ਸੁਣ ਕਰ ਸਗਨ ਭਲੇ ਤਹਿ ਆਈ। ਸਤਿਗੁਰਾਂ ਦੇ ਨਾਨੀ ਜੀ, ਭਾਵ ਮਾਂ ਤ੍ਰਿਪਤਾ ਦੀ ਮਾਂ ਦਾ ਨਾਂ ਏ ਭਰਾਈ ਜੀ। ਭੱਬੇ ਨੂੰ ਸਿਆਰੀ ਰਾਹ ਇੱਕ ਨਾ ਪੀੜੀ ਗਿਆ ਭਰਾਈ, ਕਹਿੰਦੀ ਉਹਦੇ ਰੋਈ ਬੜੀ ਖੁਸ਼ੀ ਚ ਵੀ ਮੈਨੂੰ ਤੇ ਹੋਣੀ ਲੈ ਜਾਓ। ਬਜ਼ੁਰਗ ਨੇ ਕਹਿੰਦੇ ਕੱਲ ਮਰਦੀ ਮੈਂ ਅੱਜ ਮਰ ਜਾ, ਇੱਕ ਵਾਰ ਆਪਣੇ ਦੋਤੇ ਦਾ ਵਿਆਹ ਵੇਖਣਾ। ਇਹ ਸਾਰੀਆਂ ਨਾਨੀਆਂ ਦੀ ਪੰਗਾ ਹੁੰਦਾ ਹੈ, ਮੇਰੇ ਵਾਲੀ ਵੀ ਕਰਦੀ ਫਿਰਦੀ ਹੈ ਵੀ ਮੇਰੇ ਤੇ ਪੋਤੇ ਪੜਪੋਤੇ ਹੋ ਗਏ, ਪਤੰਦਰਾ ਤੂੰ ਵਿਆਹ ਨਹੀਂ ਕਰਵਾਉਣਾ। ਇਹ ਸਾਰੀਆਂ ਦੀ ਚੱਕਰ ਚੱਲਦਾ ਹੁੰਦਾ। ਹੁਣ ਨਾਨੀ ਆਖੇ ਮੈਂ ਕੱਲ ਦੀ ਮਰਦੀ ਅੱਜ ਮਰ ਜਾ, ਪਰ ਵਿਆਹ ਵੇਖਣਾ। ਵੇਖਾ ਤੇ ਸਹੀ ਪਰਿਵਾਰ ਅੱਗੇ ਕਿਵੇਂ ਵੱਧ ਰਿਹਾ ਹੈ, ਵੇਰ ਕਿੱਦਾਂ ਵੱਧਦੀ ਹੈ। ਤੇ ਜੀ ਸਾਰੇ ਪਰਿਵਾਰ ਨੇ ਅੱਗੇ ਅੱਗੇ ਖੁਸ਼ੀਆਂ ਵੰਡੀਆਂ, ਇੱਕ ਦੂਜੇ ਨੂੰ ਮੇਲ ਮਿਲਾਪ ਕੀਤਾ, ਦਿਨ ਰੱਖ ਲਿਆ। ਦਿਨ ਹੀ ਨਹੀਂ ਆਉਣ ਚਾਹੁੰਦਾ ਵੀ ਜਿੱਦਣ ਜਾਣਾ ਹੈ, ਕਿਉਂਕਿ ਇਹ ਕੋਈ ਬਹੁਤੀ ਦੂਰ ਨਹੀਂ ਸੀ। ਰਾਏ ਭੋਏ ਦੀ ਤਲਵੰਡੀ ਤੋਂ ਡੇਰਾ ਚਾਹਲ ਕੁਝ ਕਿਲੋਮੀਟਰ ਦੀ ਦੂਰੀ ਹੈ। ਸਵੇਰੇ ਚੱਲੋ ਤੇ ਸ਼ਾਮੀ ਪਹੁੰਚ ਜਾਂਦੇ ਸੀ ਗੱਡਿਆਂ। ਉਹ ਦਿਨ ਨੇੜੇ ਆ ਗਿਆ। ਸਾਰੇ ਪਰਿਵਾਰ ਨੇ
ਗੁਰੂ ਸਾਹਿਬ ਵਾਸਤੇ ਸੋਹਣੀਆਂ ਸੋਹਣੀਆਂ ਸੁਗਾਤਾਂ ਰੱਖੀਆਂ, ਮਠਿਆਈਆਂ ਬਣਾਈਆਂ, ਕਿਉਂਕਿ ਨਾਨਕਿਆਂ ਸਿਰ ਜ਼ਿੰਮੇਵਾਰੀ ਹੁੰਦੀ ਸੀ ਘਿਓ ਵਗੈਰਾ ਪਤਾਸੇ ਪਤਾ ਨਹੀਂ ਕੀ ਲਟਰਮ ਲਿਆਉਂਦਾ ਸੀ ਸਮਿਆਂ ਦਾ, ਗੱਟੇ ਭਰ ਕੇ ਲਿਆਉਣੇ ਪੈਂਦੇ ਸੀ। ਪਤਾ ਲੱਗਦਾ ਸੀ ਵੀ ਨਾਨਕੇ ਆਏ। ਅੱਜ ਕੱਲ੍ਹ ਦੇ ਨਾਨਕਿਆਂ ਦੇ ਬਸ ਸਿਰਫ ਕੋਲੇ ਕੀ ਹੈ, ਨੱਚਣ ਗਾਉਣੇ ਹੋਰ ਤੇ ਇਹੀ ਕੁਝ। ਜਾਗੋ ਜੀ ਚੱਕ ਲੈਂਦੇ ਨੇ ਬੈਟਰੀ ਵਾਲੀ, ਉਹ ਵੀ ਨਾ ਤੇਲ ਪਾਉਣਾ ਨਾ ਪਤਾ ਨਾ ਲੈਣ ਨਾ ਦੇਣ, ਬਸ ਜੀ ਕੁੰਡਾ ਖੜਕਾਇਆ ਮਾਮੀ ਨੱਚਦੀ ਹੈ। ਉਹ ਮਾਮੀ ਦੇ ਗੋਡੇ ਨਹੀਂ ਚੱਲਦੇ, ਆਖੋ ਸਤਿਨਾਮ। ਇਹੋ ਜਿਹੇ ਕੰਮਾਂ 'ਚ ਮਾਮੀਆਂ ਮਾਮੇ ਸ਼ੇਰ ਬਣੇ ਹੁੰਦੇ ਆ। ਚਾਅ ਕਿੰਨਾ ਹੁੰਦਾ ਲੋਕਾਂ ਨੂੰ। ਪਰ ਉਹਨਾਂ ਸਮਿਆਂ ਦੇ ਵਿੱਚ ਲੈਣ ਦੇਣ ਬਹੁਤ ਵੱਡਾ ਸੀ। ਬਿਸਤਰੇ ਲੈ ਕੇ ਆਉਣੇ, ਮਠਿਆਈਆਂ ਲੈ ਕੇ ਆਉਣੀਆਂ। ਕਹਿੰਦੀ ਜੀ ਗੱਡਿਆਂ ਦੇ ਗੱਡੇ ਮਠਿਆਈਆਂ ਦੇ ਭਰ ਲਏ, ਸ਼ੱਕਰ ਬਾਰੇ ਵਗੈਰਾ ਜੋ ਕੁਝ ਸੀ। ਮਠਿਆਈ ਉਹ ਬਣਾਈ ਜਾਂਦੀ ਸੀ ਜਿਹੜੀ ਕਈ ਦਿਨਾਂ ਤੱਕ ਖਰਾਬ ਨਾ ਹੋਵੇ। ਆ ਜਿਹੜਾ ਆਪਣੇ ਪੰਜਾਬ 'ਚ ਅੱਜ ਵੀ ਚੱਲਦੇ ਨੇ ਸ਼ੱਕਰ ਬਾਰੇ ਹੋ ਗਏ, ਮੱਠੀਆਂ ਹੋ ਗਈਆਂ, ਬਾਲੂਸ਼ਾਹੀ, ਇਹ ਖਰਾਬ ਨਾ ਹੁੰਦੀਆਂ। 15-15 ਦਿਨ ਚੱਲੀ ਜਾਂਦਾ ਸਮਾਨ। ਪੁਰਾਣੇ ਸਮੇਂ 'ਚ ਇਹ ਚੀਜ਼ਾਂ ਜ਼ਿਆਦਾ ਚੱਲਦੀਆਂ ਸੀ। ਕਹਿੰਦੇ ਬਣਾ ਕੇ ਉਹਨਾਂ ਨੇ ਹਲਵਾਈ ਲਾਏ, ਕੜਾਹੀਆਂ ਚੜਾਈਆਂ, ਦੇਸੀ ਘਿਓ ਦਾ ਜੋ ਸਾਨੂੰ, ਕਿਉਂਕਿ ਉਦੋਂ ਰਿਫਾਈਨਡ ਨਹੀਂ ਸੀ ਹੁੰਦਾ, ਆਪਸ਼ਨ ਨਹੀਂ ਸੀ ਕੋਈ ਹੋਰ। ਸਭ ਕੁਝ ਬਣਾਇਆ, ਲੱਦਿਆ ਤੇ ਫਿਰ ਨਾਨਾ ਜੀ ਆਪ ਤਿਆਰ ਹੋਏ ਆ। ਕੁੰਡਾ ਫੜਿਆ ਹੱਥ 'ਚ, ਸ਼ਮਲੇ ਵਾਲੀ ਬੰਨੀ ਪੱਗ, ਸੋਹਣੇ ਰੱਥ ਤੇ ਬਹਿ ਕੇ ਅੱਗੇ ਅੱਗੇ ਚੱਲ ਪਏ। ਮਿਲ ਸਭ ਕੀਨੋ ਉਤਸਵ ਭੂਰੀ, ਹਰਖਤ ਕਰਨ ਰੀਤ ਕੁਲ ਰੂਰੀ। ਉਹਨਾਂ ਨੇ ਆਪਣੀ ਕੁਲ ਰੀਤ ਦੇ ਮੁਤਾਬਕ ਜਾਣ ਤੋਂ ਪਹਿਲਾਂ ਬ੍ਰਾਹਮਣ ਬੁਲਾਏ, ਪੰਡਤ ਬੁਲਾਏ। ਇਹ ਬੜਾ ਵਧੀਆ ਕੰਮ ਸੀਗਾ ਜੀ। ਬ੍ਰਾਹਮਣ ਬਣ ਜੋ ਮਾਰ ਨਹੀਂ ਖਾਂਦਾ ਹੁੰਦਾ। ਅੱਜ ਵਾਲੇ ਸਮੇਂ ਸਾਡੀ ਵਾਲੀ ਲੈਣ ਵੀ ਤੇ ਮੌਜਾਂ ਹੀ ਆ। ਵਿਆਹ ਕਿਸੇ ਦਾ ਹੋ ਗਿਆ ਤਾਂ ਸਾਨੂੰ ਫਾਇਦਾ, ਛੱਡ ਛੜਾ ਹੋ ਗਿਆ ਤਾਂ ਫਾਇਦਾ, ਮਰ ਗਿਆ ਫਾਟਕ ਤੇ ਬਾਬੇ ਫੇਰ ਬੈਠੇ, ਆਖੋ ਸਤਿਨਾਮ। ਜੇ ਫੂਕੋਗੇ ਵੀ ਤਾਂ ਵੀ ਪੈਸੇ ਮਿਲਣਗੇ, ਭੋਗ ਪਾਓਗੇ ਤਾਂ ਵੀ ਮਿਲਣਗੇ। ਸਾਡਾ ਤੇ ਕੰਮ ਹੀ ਮਾਇਆ ਨਾਲ ਹੈ। ਬਾਬੇ ਗਰੀਬ ਨਹੀਂ ਹੁੰਦੇ, ਦੁਨੀਆ ਜਾਂਦੀ ਹੋਈ ਇਹਨਾਂ ਦੇ ਨਾਲ ਹੈ, ਚਾਹੇ ਬ੍ਰਾਹਮਣ ਹੋਣ ਚਾਹੇ ਸਾਡੇ ਵਾਲਾ ਲਾਣਾ ਹੋਵੇ। ਕਹਿੰਦੇ ਜੀ ਬ੍ਰਾਹਮਣ ਬੁਲਾਏ, ਉਹਨਾਂ ਮੰਤਰ ਮੁੱਤਰ ਬੜੇ ਚੰਗੀ ਮਾਇਆ ਇਕੱਠੀ ਕਰ ਲਈ ਉਹਨਾਂ ਤੋਂ ਵੀ ਤੁਸੀਂ ਸ਼ਗਨ ਤੇ ਚੱਲਿਓ। ਕਹਿੰਦੇ ਵੀ ਅਸੀਂ ਘਰੋਂ ਨਿਕਲਣਾ, ਸ਼ਗਨ ਦੱਸੋ ਕਿਹੜੇ ਵੇਲੇ ਹੈ। ਹੁਣ ਬ੍ਰਾਹਮਣ ਦੀ ਮਰਜ਼ੀ, ਉਹ ਕਹਿੰਦੇ 11 ਵਜੇ ਨਿਕਲੋ, ਫਿਰ ਨਿਕਲਣਾ ਪੈਣਾ। ਮਾਇਆ ਹੋਇਆ ਦਿੱਤੀ, ਕੰਡ ਝਾੜ ਜੀ ਕਰ ਲਈ ਉਹਨਾਂ ਨੇ, ਖੂਬ ਅਸੀਸਾਂ ਦਿੱਤੀਆਂ, ਵਧੋ ਫੁੱਲੋ। ਅਜੇ ਨਹੀਂ, ਹੁਣ ਵੀ ਕਿੰਨਾ ਕੁਛ ਲੈ ਲਿਆ। ਆਇਆ ਹੋਇਆਂ ਦੀ ਵੀ ਝੋਲੀ ਝਾੜਨੀ ਹੈ। ਫਿਰ ਵੀ ਲੈਣਾ ਉਹਨਾਂ ਵੀ ਤੁਸੀਂ ਇੱਥੇ ਜਾ ਕੇ ਏਡਾ ਵੱਡਾ ਪ੍ਰੋਗਰਾਮ ਕਰਕੇ ਖੁਸ਼ੀਆਂ ਲੈ ਕੇ ਆਏ ਹੋ, ਸਾਨੂੰ ਵੀ ਸਾਡੀ ਝੋਲੀ ਖੁਸ਼ੀ ਪਾਓ। ਤੇ ਖੁਸ਼ੀ ਫਿਰ ਕੱਲੀਆਂ ਜਲੇਬੀਆਂ ਨਾਲ ਨਹੀਂ ਨਾ ਪੈਂਦੀ, ਮਾਇਆ ਚਾਹੀਦੀ ਹੈ। ਕਹਿੰਦੇ ਉਹ ਬ੍ਰਾਹਮਣ ਆਏ ਅੱਗੋਂ, ਉਹਨਾਂ ਨੇ ਸਮਾਂ ਕੱਢ ਦਿੱਤਾ, ਮੁਹੂਰਤ ਕੱਢਿਆ। ਉਹ ਤੋਂ ਬਾਅਦ ਕਾਫਲਾ ਰਵਾਨਾ ਹੋ ਗਿਆ। ਮਿਲ ਸਭਨ ਸੋ ਬੋਲਿਓ ਕਾਲੂ, ਤਜੋ ਬਿਲੰਬ ਹੋ ਉਤਾਲੂ। ਹੁਣ ਜਿਸ ਵੇਲੇ ਸਾਰਾ ਨਾਨਕਾ ਮੇਲ ਚੱਲਦਾ ਚੱਲਦਾ ਰਾਏ ਭੋਏ ਦੀ ਤਲਵੰਡੀ ਪਹੁੰਚੀ। ਹੁਣ ਮਾਂ ਤ੍ਰਿਪਤਾ ਨੂੰ ਕਿੰਨੀ ਖੁਸ਼ੀ ਹੋਣੀ ਹੈ ਜੀ। ਪੇਕੇ ਤੇ ਫਿਰ ਪੇਕੇ ਹੀ ਆ, ਮਾਪੇ ਤੇ ਮਾਪੇ ਹੀ ਹੁੰਦੇ ਆ। ਜਦੋਂ ਕਹਿੰਦੇ ਉਹ ਮਾਂ ਬਾਪ ਆਏ ਨਾ, ਰੱਥ ਭਰ ਕੇ ਗੱਡੇ ਭਰ ਕੇ ਛਾਈ ਚੜ ਗਿਆ। ਤੇ ਸਤਿਗੁਰਾਂ ਦੇ ਪਿਤਾ ਕਲਿਆਣ ਚੰਦ ਉਹ ਵੀ ਬੜੇ ਖੁਸ਼ ਮਿਲੇ, ਭੱਜ ਕੇ ਪੈਰੀ ਹੱਥ ਲਾਏ ਰਾਮਾ ਜੀ ਦੇ, ਕ੍ਰਿਸ਼ਨਾ ਜੀ ਨੂੰ ਮਿਲੇ ਜੱਫੀ ਪਾ ਕੇ। ਤੇ ਫਿਰ ਮਾਂ ਭਰਾਈ ਦੇ ਪੈਰੀ ਹੱਥ ਲਾ ਕੇ ਅਸੀਸਾਂ ਲਈਆਂ, ਉਹਨਾਂ ਸਿਰ ਤੇ ਹੱਥ ਰੱਖ ਕੇ ਵਧਾਈਆਂ ਦਿੱਤੀਆਂ। ਕਹਿੰਦੇ ਪੁੱਤ ਕੁੱਲ ਵਧੇ ਤੇਰੀ। ਬਿਠਾਇਆ ਗਿਆ ਤੇ ਸਤਿਗੁਰਾਂ ਦੇ ਪਿਤਾ ਤੇ ਇੰਨੇ ਕਾਲੇ ਨੇ, ਕਹਿੰਦੇ ਅੱਜ ਦੀ ਰਾਤ ਕੱਟੋ, ਸਵੇਰੇ ਸਵੇਰੇ ਤਿਆਰ ਹੋਵੋ, ਚੱਲੀਏ। ਕਿੱਥੇ ਜਾਣਾ ਹੈ? ਸੁਲਤਾਨਪੁਰ ਲੋਧੀ। ਇਕੱਠੇ ਹੋ ਕੇ ਜਾਣਗੇ, ਸਾਰਿਆਂ ਨੇ ਜਾਣਾ। ਨਾਨਕੇ ਅੱਗੇ ਹੋਣਗੇ। ਕਹਿਲ ਕਰ ਚੌਕੜ ਖਰਚਨ ਕਰੀਏ, ਤੂਰਨ ਪੰਥ ਵਿਖੇ ਪਗ ਧਰੀਏ। ਤੇ ਫਿਰ ਸਤਿਗੁਰਾਂ ਦੇ ਮਾਮਾ ਜੀ ਕਲਿਆਣ ਚੰਦ ਜੀ ਨੂੰ ਆਖਦੇ, ਕਹਿੰਦੇ ਹੁਣ ਦਿਲ ਕੱਢ ਲਈ ਚੰਗਾ, ਮਾਇਆ ਹੋਇਆ ਖਰਚਣੀ, ਵੇਖੀ ਕਿਤੇ ਹਿਸਾਬ ਕਿਤਾਬ ਜੇ ਕਰੀ ਜਾਏ। ਤੇ ਕਲਿਆਣ ਚੰਦ ਅੱਗੋਂ ਪਤਾ ਕੀ ਕਹਿੰਦੇ ਆ? ਕਹਿੰਦੇ ਭਰਾਵਾ ਵੇਖੀ ਤੇ ਸਹੀ, ਜਾ ਕੇ ਆਪਾਂ ਚੌਕੜ ਖਰਚਣੇ ਆ। ਚੌਕੜ ਉਸ ਵੇਲੇ ਦੀ ਕਰੰਸੀ ਸੀ, ਪੈਸਿਆਂ ਨੂੰ ਕਹਿੰਦੇ ਆ। ਕਦੇ ਆਸਾ ਦੀ ਵਾਰ ਪੜ੍ਹਦੇ ਆ, ਉੱਥੇ ਮਹਾਰਾਜ ਲਿਖਦੇ ਚੌਕੜ ਬੁੱਲ ਅੜਾਇਆ, ਬਹਿ ਚੌਕੇ ਪਾਇਆ। ਚੌਕੜ 4 ਕੌਡੀਆਂ ਭਾਵ ਪੈਸੇ। ਕਹਿੰਦੇ ਆਪਾਂ ਚੌਕੜ ਖਰਚਾਂਗੇ, ਪੈਸੇ ਖਰਚਾਂਗੇ। ਪੁੱਤ ਦਾ ਵਿਆਹ ਏ, ਕੋਈ ਹਾਸਾ ਖੇਡ ਹੈ। ਤੇ ਕਲਿਆਣ ਚੰਦ ਜੀ ਦੀ ਖੁਸ਼ੀ ਵੇਖ ਸਭ ਨੂੰ ਖੁਸ਼ੀ ਹੋ ਗਈ ਵੀ ਜੇ ਮਾਇਆ ਖਰਚਣਗੇ ਅਸੀਂ ਵੀ ਖਰਚ ਦਿਆਂਗੇ। ਔਖਾ ਤਾਂ ਇਹਨਾਂ ਦਾ ਹੀ ਸੀ, ਜਿਹਨੇ ਸਾਰੀ ਜ਼ਿੰਦਗੀ ਇਕੱਠੀ ਕੀਤੀ, ਪੈਸੇ ਨੂੰ ਹਵਾ ਨਹੀਂ ਲਵਾਈ, ਉਹ ਕਿੱਥੋਂ ਕੱਢ ਲੂ। ਪਰ ਪਿਤਾ ਤੇ ਸਭ ਤੋਂ ਵੱਧ ਕਾਲੇ ਨੇ। ਕਹਿੰਦੇ ਮੈਂ ਆਪਣੇ ਪੋਤੇ ਤੋਂ ਨੋਟਾਂ ਦਾ ਮੀਂਹ ਵਰਾ ਦੇਣਾ ਏ। ਅਸ ਕੈ ਸਭ ਹੀ ਸੋਜ ਸੰਭਾਰੀ, ਦ੍ਰੈ ਖਬ ਸਕਟ ਸੁਜੋਰੇ ਭਾਰੀ।
ਨਾਨਕੇ ਪਰਿਵਾਰ ਨੇ ਅੱਜ ਰਾਤ ਕੱਟੀ, ਸਵੇਰ ਹੁੰਦਿਆਂ ਸਵਖਤੇ ਤਿਆਰੀ ਕਰ ਲਈ। ਜਿਹੜੇ ਪੁਰਾਣੇ ਸਮੇਂ ਦੇ ਲੋਕ ਸੀ ਨਾ, ਅੱਜ ਵੀ ਜਿਹੜੇ ਸਿਆਣੇ, ਉਹ ਘਰੋਂ ਨਿਕਲਦੇ ਨੇ ਮਾਰਨਿੰਗ 'ਚ ਨਿਕਲਦੇ। ਕਿਉਂ? ਜਦੋਂ ਬਾਣੀ ਪੜਾਂਗੇ, ਇਤਿਹਾਸ ਪੜਾਂਗੇ, ਸਮਝ ਆਊਗੀ ਵੀ ਅੰਮ੍ਰਿਤ ਵੇਲੇ ਨਿਕਲਣ ਵਾਲੇ, ਸਵਖਤੇ ਨਿਕਲਣ ਵਾਲੇ ਜ਼ਿੰਦਗੀ ਵਿੱਚ ਕਦੇ ਪੁੱਠੇ ਪੈਰ ਨਹੀਂ ਚੱਲਦੇ। ਦੁਪਹਿਰਾ ਟਪਾ ਕੇ ਲੰਘਣ ਵਾਲੇ ਸੁੱਖ ਕਦੇ ਨਹੀਂ ਹੁੰਦਾ। ਖੁਸ਼ਾਨਾਮ ਵਕਤ ਦੀਆਂ ਗੱਲਾਂ ਨੇ। ਸਮਝਦਾਰਾਂ ਨੂੰ ਅੱਜ ਵੀ ਵੇਖੋ, ਪੁਰਾਣੇ ਬਜ਼ੁਰਗ ਨੇ, ਜਦ ਵੀ ਕਿਤੇ ਜਾਣਗੇ ਨਾ ਸਵੇਰੇ ਸਵੇਰੇ ਨਿਕਲ ਜਾਣਗੇ। ਤੇ ਜਿਹੜੇ ਦਲਿੱਦਰੀ ਹੋਣਗੇ ਉਹਨਾਂ ਨਿਕਲਣਾ ਹੀ 2-3 ਵਜੇ ਤੋਂ ਬਾਅਦ ਹੈ। ਜਾ ਕੇ ਕੀ ਅਗਲੇ ਰੋਟੀਆਂ ਝੁਲਸੀਆਂ ਸੌਂ ਜਾਣਾ ਘਰੇ ਜਾ ਕੇ। ਲੱਗਦਾ ਯਾਰ ਆਏ ਸੀ, ਆ ਕੇ ਕੋਈ ਗੱਲ ਨਹੀਂ ਬਾਤ ਨਹੀਂ, ਆ ਕੇ ਸੌਂ ਗਏ। ਤੇ ਜਿਹੜੇ ਪੁਰਾਣੇ ਲੋਕ ਸੀ ਉਹ ਵਕਤ ਨਾਲ ਨਿਕਲਦੇ ਸੀ। ਮਰਦ ਇਹ ਵੀ ਤੇ ਲਿਖਦੇ ਆ ਨਾ, ਵਕਤ ਆਏ ਉੱਪਰ ਲੜ ਕੋਈ। ਇਹਦਾ ਭਾਵ ਕੀ ਹੈ ਵੀ ਅੰਮ੍ਰਿਤ ਵੇਲੇ ਜਾਗਣ ਵਾਲੇ ਅੱਗੇ ਹੀ ਰਹਿੰਦੇ ਨੇ, ਤੇ ਮੇਰੇ ਵਾਂਗੂ 9 ਵਜੇ ਉੱਠਣ ਵਾਲੇ ਤੇ ਕਦੇ ਪੇਪਰਾਂ 'ਚ ਪਾਸ ਨਹੀਂ ਹੁੰਦੇ। ਸਾਡੇ ਨਾਮ ਅੱਗੇ ਕੀ ਜਾਣਾ ਉਹਨਾਂ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਮਾ ਜੀ, ਨਾਨਾ ਜੀ, ਬੇਸ਼ੱਕ ਨਾਨੀ ਜੀ ਬਜ਼ੁਰਗ ਨੇ, ਸਵੇਰੇ 3-4 ਵਜੇ ਉੱਠ ਕੇ ਤਿਆਰੀਆਂ ਖਿੱਚ ਲਈਆਂ ਜੀ ਉਹਨਾਂ ਨੇ ਜਾਣਦੀਆਂ। ਤੇ ਸਤਿਗੁਰਾਂ ਦੇ ਪਿਤਾ ਜੀ ਵੀ ਤਿਆਰ ਹੋਏ। ਉਹਨਾਂ ਨੇ 2 ਬਲਦਾਂ ਦੀ ਜਿਹੜੀ ਜੋੜੀ ਸੀ ਨਾ, ਦੁੱਗੇ ਬਲਦਾਂ ਦੀ ਗੱਡੇ ਦੀ ਜੋੜੀ, ਗੱਡਿਆਂ ਦੇ ਵੀ ਫੁੱਲ ਫਲ ਲਾਏ, ਸੋਹਣੀਆਂ ਝੁੰਮਰਾਂ ਪਾਈਆਂ, ਚਾਦਰਾਂ ਪਾਈਆਂ ਬਲਦਾਂ ਦੀ ਸੋਹਣੀਆਂ। ਅੱਗੇ ਲੋਕਾਂ ਨੂੰ ਸ਼ੌਂਕ ਬੜਾ ਹੁੰਦਾ ਸੀ, ਕਹਿੰਦੇ ਗੱਡੇ ਸਵਾਰ ਲਏ ਜੀ। ਉਧਰ ਨਾਨਕਿਆਂ ਨੇ ਆਪਣੇ ਸਵਾਰ ਲਏ। ਉਦੋਂ ਦੀਆਂ ਇਹੀ ਲਿਮੋਜ਼ੀਨਾਂ ਸੀ, ਇਹੀ ਪੌਸ਼ੀ ਸੀ। ਇਹ ਤੋਂ ਉੱਪਰ ਕੀ ਹੁੰਦਾ ਸੀ? ਰੱਥ ਤੇ ਗੱਡੇ ਅਮੀਰਾਂ ਦੀ ਸ਼ਾਨ ਸੀ, ਜਿਵੇਂ ਅੱਜ ਕਰੋੜਾਂ ਦੀਆਂ ਗੱਡੀਆਂ ਸ਼ਾਨ। ਪਿਤਾ ਜੀ ਨੇ ਕਹਿੰਦੇ ਸੋਹਣੇ ਰੱਥ ਦੇ ਅੱਗੇ ਬਲਦ ਜੋੜੇ, ਇਹਨਾਂ ਗੱਡੇ ਅੱਗੇ ਵੀ ਜੋੜ ਲਏ। ਪਿੱਛੇ ਇੱਕ ਬੱਗੀ ਹੈ, ਬੱਗੀਆਂ ਦੇ ਵਿੱਚ ਬੀਬੀਆਂ ਬਹਿੰਦੀਆਂ ਹੁੰਦੀਆਂ ਸੀ। ਇਹ ਸਾਰਾ ਕੁਝ ਤਿਆਰ ਕੀਤਾ, ਰੱਥ, ਬੱਗੀ, ਗੱਡੇ ਬੜੇ ਸੋਹਣੇ ਤਿਆਰ ਕਰ ਲਏ। ਸਮਾਨ ਰੱਖਿਆ ਫਟਾਫਟ। ਮਠਿਆਈਆਂ ਦੇ ਗੱਡੇ ਅਲੱਗ ਤੋਂ ਭਰ ਲਏ ਨੇ। ਕਾਲੋ ਲਾਲੋ ਕਿਨੀ ਤਿਆਰੀ, ਸ਼੍ਰੀ ਨਾਨਕ ਗੁਣ ਭੰਨਤ ਉਚਾਰੀ। ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਗਾ ਰਹੇ ਨੇ ਸਤਿਗੁਰਾਂ ਦੇ ਚਾਚਾ ਲਾਲ ਚੰਦ ਜੀ। ਉਹਨਾਂ ਨੇ ਵੀ ਇੱਕ ਗੱਡਾ ਜੋੜ ਲਿਆ। ਅੱਜ ਵੀ ਲੋਕਾਂ 'ਚ ਦਿਖਾਵਾ ਹੁੰਦਾ ਨਾ ਵੀ ਬਰਾਤ 'ਚ ਇੰਨੀਆਂ ਗੱਡੀਆਂ ਲੈ ਕੇ ਜਾਵਾਂਗੇ, ਉਹ ਬਹਿਣਾ ਤੇ ਇੱਕ ਗੱਡੀ 'ਚ ਹੀ ਹੁੰਦਾ। ਲੜਕਾ ਲੜਕੀ ਕਿੰਨੀਆਂ ਗੱਡੀਆਂ 'ਚ ਬਹਿੰਦੇ ਆ ਜੀ? ਇੱਕ 'ਚ ਹੀ ਬਹਿੰਦੇ ਆ। ਬਾਕੀ ਤੇ ਭਾਵੇਂ ਟੈਕਸੀਆਂ ਲਾਈਆਂ ਹੋਣ ਪਿੱਛੇ ਕਿਰਾਏ ਤੇ ਕਰਕੇ, ਇੱਕ ਬੰਦਾ ਬੈਠਾ ਦਿਖਾਉਣਾ ਵੀ ਏਡੀ ਲੰਬੀ ਲਾਈਨ ਸੀ, ਵੀ ਇੰਨੀ ਬਰਾਤ, ਇੰਨੇ ਲੋਕ। ਇਹ ਦਿਖਾਵੇ ਆ। ਪਰ ਪੁਰਾਣੇ ਸਮੇਂ ਤੇ ਦਿਖਾਵੇ ਹੋਰ ਤਰੀਕੇ ਦੀ ਸੀ, ਫਜ਼ੂਲ ਖਰਚੀ ਨਹੀਂ ਸੀ ਹੁੰਦੀ, ਭਾਈਚਾਰਾ ਹੁੰਦਾ ਸੀ। ਅੱਜ ਸਿਰਫ ਦਿਖਾਵਾ, ਭਾਈਚਾਰਾ ਕੋਈ ਨਹੀਂ। ਕਹਿੰਦੇ ਜਿਸ ਵੇਲੇ ਉਹ ਗੱਡੇ ਜੋੜੇ, ਲਾਲ ਚੰਦ ਜੀ ਤੇ ਇੰਨੇ ਖੁਸ਼ ਨੇ, ਮੁੱਛਾਂ ਨੂੰ ਵੱਟ ਦਿੱਤੇ ਹੋਏ। ਕਹਿੰਦੇ ਮੈਂ ਭਤੀਜਾ ਵਿਆਹੁਣ ਚੱਲਿਆ। ਹੁਣ ਸਤਿਗੁਰਾਂ ਦੇ ਨਾਨਕੇ ਆ ਗਏ। ਉਧਰ ਲਾਲ ਚੰਦ ਜੀ ਦੇ ਸਹੁਰਾ ਪਰਿਵਾਰ ਉਹ ਵੀ ਤਿਆਰ ਹੋ ਕੇ ਆਏ, ਇਕੱਠੇ ਹੋ ਗਏ ਨੇ, ਇਕੱਠੇ ਕਾਫਲੇ ਨੇ ਨਿਕਲਣਾ ਏ। ਕਰਨ ਦਰਸ਼ ਲਾਲ ਸਿਉਰ ਜਾਗੀ, ਜਿਉ ਮਧੂਕਰ ਪੁਸ਼ਕਰ ਅਨਰਾਗੀ। ਸਤਿਗੁਰਾਂ ਦੇ ਚਾਚਾ ਲਾਲ ਚੰਦ ਕਹਿੰਦੇ ਮੈਨੂੰ ਵਿਆਹ ਦੀ ਖੁਸ਼ੀ ਜਿਹੜੀ ਹੈ ਉਹ ਅਲੱਗ ਹੈ। ਗੁਰੂ ਨਾਨਕ ਸਾਹਿਬ ਆਪਣੇ ਭਤੀਜੇ ਨੂੰ ਮਿਲਣ ਦੀ ਜਿਹੜੀ ਖੁਸ਼ੀ ਹੈ, ਕਹਿੰਦੇ ਉਹ ਮੈਥੋਂ ਨਹੀਂ ਗਿਣੀ ਤੇ ਸਾਂਭੀ ਜਾਂਦੀ। ਬੜਾ ਲੰਮਾ ਸਮਾਂ ਹੋ ਗਿਆ, ਦਰਸ਼ਨ ਹੀ ਨਹੀਂ ਹੋਏ। ਸਾਲ, 1.5 ਸਾਲ, 2-3 ਸਾਲ ਹੀ ਹੋ ਚੱਲੇ ਆ ਜੀ। ਗੁਰੂ ਸਾਹਿਬ ਘਰੇ ਨਹੀਂ ਆਏ ਜਿੱਦਣ ਦੇ ਆਏ ਆ। ਇਹ ਹੁੰਦੀ ਫਕਰਾਂ ਦੀ ਜ਼ਿੰਦਗੀ। ਜਿਹੜਾ ਗ੍ਰਾਂ ਨਗਰ ਇਲਾਕਾ ਛੱਡ ਦਿੱਤਾ, ਮੁੜ ਪੈਰ ਨਹੀਂ ਪਾਉਂਦੇ। ਛੱਡ ਜਾਂਦੇ ਨੇ ਉਦੋਂ ਦੇ ਮਿੱਤਰਾਂ, ਦੋਸਤਾਂ, ਸਾਥ ਸੰਬੰਧੀਆਂ ਨੂੰ ਛੱਡ ਜਾਂਦੇ ਆ। ਤੇ ਗੁਰੂ ਸਾਹਿਬ ਜਿੱਦਣ ਦੇ ਰਾਏ ਭੋਏ ਦੀ ਤਲਵੰਡੀ ਛੱਡ ਕੇ ਆਏ, ਮੁੜ ਕੇ ਕਦੇ ਮੋਹ ਹੀ ਨਹੀਂ ਕੀਤਾ, ਚੇਤਾ ਹੀ ਨਹੀਂ ਕੀਤਾ। ਆ ਜਾਣਗੇ, ਮਿਲ ਲੈਣਗੇ, ਵਰਨਾ ਕਿਸੇ ਦੇ ਪਿੱਛੇ ਨਹੀਂ ਕਰਨਾ। ਤੇ ਚਾਚਾ ਜੀ, ਚਾਚੀ ਜੀ ਸਾਰੇ ਤਿਆਰ। ਉਧਰ ਕਲਿਆਣ ਚੰਦ ਜੀ ਕਹਿੰਦੇ ਬੜੀ ਸੋਹਣੀ ਪੱਗ ਬਣੀ। ਉਹਨਾਂ ਨੇ ਆਪਣੇ ਨੇਗੀ ਬੁਲਾਏ। ਨੇਗੀ ਭਾਵੋ ਲਾਗ ਲੈਣ ਵਾਲੇ, ਜਿਹੜੇ ਇਹਨਾਂ ਦੇ ਪਰਿਵਾਰ ਦੇ ਸੀ, ਜਿਨ੍ਹਾਂ ਨਾਲ ਜਾਣਾ ਸੀ। ਕੁਛ ਬ੍ਰਾਹਮਣ ਸੀ ਪਰਿਵਾਰ ਦੇ, ਜਿਹਨੂੰ ਮਿਸ਼ਰ ਕਹਿੰਦੇ ਆ, ਬੁਲਾਏ ਗਏ। ਸਭ ਲਈ ਅਲੱਗ ਤੋਂ ਗੱਡੇ ਚਲਾਏ ਗਏ ਨੇ, ਸਭ ਨੂੰ ਵਿੱਚ ਬਿਠਾਇਆ ਗਿਆ ਏ। ਦੋਹਰਾ ਚਲੇ ਜਬ ਹੈ ਸੁਲਤਾਨਪੁਰ, ਦੁਆਦਸ਼ਾ ਸਭ ਨਰ ਨਾਰ, ਮਾਤਲ ਨਾਨੇ ਹਰਖ ਮਨ, ਔਰ ਦਾਸ ਸੁਖਕਾਰ। ਸਤਿਗੁਰਾਂ ਦੇ ਨਾਨਕੇ ਪਰਿਵਾਰ ਤੇ ਗੁਰੂ ਸਾਹਿਬ ਦੇ ਪਰਿਵਾਰ ਵਿੱਚੋਂ ਤਕਰੀਬਨ 12 ਕੁ ਮਨੁੱਖ ਨੇ ਜਿਹੜੇ ਮੋਢੀ ਸੇਵਕਾਂ ਤੇ ਦਾਸਾਂ ਨੂੰ ਛੱਡ ਕੇ ਉਹ ਤਿਆਰ ਹੋ ਕੇ ਸੁਲਤਾਨਪੁਰ ਨੂੰ ਚੱਲੇ ਆ। ਇਹਨਾਂ 'ਚ ਗੁਰੂ ਸਾਹਿਬ ਦੇ ਪਿਤਾ ਜੀ, ਸਤਿਗੁਰਾਂ ਦੇ ਮਾਤਾ ਜੀ, ਨਾਨਾ ਜੀ, ਨਾਨੀ ਜੀ, ਮਾਮਾ ਜੀ, 5 ਜਣੇ ਹੋ ਗਏ ਨਾ। ਤੇ ਉਧਰ ਫਿਰ ਚਾਚਾ ਲਾਲ ਚੰਦ ਹੋ ਗਏ। ਏਦਾਂ ਕਈ ਜਣੇ ਨਾਲ ਨੇ ਜਿਨ੍ਹਾਂ ਨੂੰ ਲੈ ਕੇ ਚੱਲੇ ਆ। 12 ਜਣੇ ਇਸ ਨਾਨਕੇ ਮੇਲ, ਇਸ ਕਾਫਲੇ ਵਿੱਚ ਮੋਹਰੀ ਸਨ।
ਸਿਆਣੇ ਸਨ ਜਿਨ੍ਹਾਂ ਨੂੰ ਖੁਸ਼ੀ ਬਹੁਤ ਹੈ। ਬੜੀ ਖੁਸ਼ੀ ਸੀ। ਜਦੋਂ ਨਿਕਲਣ ਲੱਗੇ ਸਤਿਗੁਰਾਂ ਦੇ ਪਿਤਾ ਜੀ ਦੇ ਮਨ 'ਚ ਆਇਆ ਵੀ ਜਾਂਦੇ ਜਾਂਦੇ ਰਾਏ ਬੁਲਾਰ ਨੂੰ ਮਿਲ ਹੀ ਚੱਲੀ। ਦੱਸਿਆ ਤੇ ਹੈ ਨਹੀਂ, ਕਿਉਂਕਿ ਉਹ ਵੀ ਫੈਮਿਲੀ ਮੈਂਬਰ ਨੇ, ਸਮੇਂ ਦਾ ਰਾਜਾ ਹੈ, ਉੱਠਣੀ ਬੈਠਣੀ ਹੈ, ਗੁਰੂ ਸਾਹਿਬ ਨੂੰ ਬਹੁਤ ਪਿਆਰ ਕਰਦੇ ਆ। ਫਿਰ ਮਨ 'ਚ ਸੋਚਿਆ ਵੀ ਚਲੋ ਜਾਂਦੇ ਜਾਂਦੇ ਮਿਲ ਚੱਲਾਂਗੇ। ਜਿੱਧਰ ਨੂੰ ਨਿਕਲਣਾ ਪਿੰਡੋਂ ਬਾਹਰ ਉਹਨਾਂ ਦਾ ਮਹਿਲ ਬਣਿਆ ਹੋਇਆ ਰਾਏ ਬੁਲਾਰ ਜੀ ਦਾ। ਜਾਂਦੇ ਆ ਨਮਸਕਾਰ ਕਰ ਚੱਲਾਂਗੇ। ਚੌਪਈ ਰਾਏ ਸਦਨ ਕਲੂ ਤਬ ਗਇਓ, ਲਿਖਟ ਜਾਏ ਉਚਰਤ ਬਚ ਭਇਓ। ਸਤਿਗੁਰਾਂ ਦੇ ਪਿਤਾ ਜੀ ਨੇ ਜਾ ਕੇ ਗੱਡਿਆਂ ਦਾ ਕਾਫਲਾ ਰੋਕਿਆ। ਕਹਿੰਦੇ ਤੁਸੀਂ ਹੌਲੀ ਹੌਲੀ ਚੱਲੋ, ਇੱਕ ਗੱਡਾ ਸਾਡਾ ਰੁਕ ਜਾਏਗਾ, ਮੈਂ ਰਾਏ ਬੁਲਾਰ ਜੀ ਨੂੰ ਮਿਲਿਆ ਵਾਂ। ਕਹਿੰਦੇ ਜਦੋਂ ਘਰੇ ਗਏ ਨਾ, ਰਾਏ ਬੁਲਾਰ ਸਾਹਮਣੇ ਖੜੇ ਸੀ। ਇੰਨੇ ਖੁਸ਼ ਸਤਿਗੁਰਾਂ ਦੇ ਪਿਤਾ ਜੀ ਭੱਜ ਕੇ ਚਰਨਾਂ ਨੂੰ ਗਲਵਕੜੀ ਪਾ ਲਈ। ਪੁੱਤ ਦੇ ਵਿਆਹ ਦੀ ਖੁਸ਼ੀ ਹੈ। ਅੱਗੇ ਤੇ ਚਲੋ ਜਦ ਮਿਲਦੇ ਸੀ ਤੁਹਾਨੂੰ ਪਤਾ ਹੀ ਹੈ ਕਿਵੇਂ ਕਿਵੇਂ ਕੀ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਸੀ। ਪਿਆਰ ਹੈ ਨਾ ਤਾਂ ਹੀ ਹੁੰਦਾ ਹੈ, ਲੜਾਈਆਂ ਝਗੜੇ ਚੱਲਦੇ ਸੀ। ਪਰ ਅੱਜ ਇੰਨੇ ਖੁਸ਼, ਕਹਿੰਦੇ ਖੁਸ਼ੀ ਵੇਖਣਾ। ਰਾਏ ਬੁਲਾਰ ਜੀ ਹੱਸ ਪਏ। ਕਹਿੰਦੇ ਕਲਿਆਣ ਚੰਦ ਜੀ ਅੱਜ ਤੇ ਲੱਗਦਾ ਹੈ ਜਿਵੇਂ ਕਿਤੇ ਸੋਨੇ ਦੀ ਖਾਨ ਲੱਭ ਗਈ ਹੋਵੇ। ਇੰਨੇ ਖੁਸ਼, ਕਿਉਂਕਿ ਮਾਇਆ ਦੀ ਕੈਲਕੂਲੇਸ਼ਨ ਕਰਨ ਵਾਲੇ ਬੰਦੇ ਦੇ ਚਿਹਰੇ ਤੇ ਹਾਸਾ ਹੀ ਕਦੇ ਨਹੀਂ ਹੁੰਦਾ, ਰੂਹ ਖੁਸ਼ ਕਦੇ ਨਹੀਂ ਹੁੰਦੀ। ਪਰ ਅੱਜ ਖੁਸ਼ੀ ਹੈ ਜਿਹੜੀ ਜ਼ਾਹਰ ਹੋ ਰਹੀ ਹੈ। ਸੋਹਣੇ ਕੱਪੜੇ ਪਾਏ ਹੋਏ ਆ। ਅੱਗੇ ਸ਼ੌਂਕ ਨਾਲ ਲੋਕ ਖੁੰਡੇ ਫੜਦੇ ਸੀ, ਚਾਦਰੇ ਲਾਉਂਦੇ ਸੀ, ਭਾਵੇਂ ਜਵਾਨ ਹੋਵੇ ਭਾਵੇਂ ਹੋਵੇ ਬਜ਼ੁਰਗ। ਤੇ ਪਿਤਾ ਜੀ ਕਹਿੰਦੇ ਟੌਰ ਲੱਗੀ ਸੀ ਪਟਵਾਰੀ ਸਾਹਿਬ ਦੀ। ਨਾਲ ਉਹਨਾਂ ਦੇ ਦਾਸ ਸੇਵਕ ਭੱਜੇ, ਜਦੋਂ ਅੰਦਰ ਆਏ ਉਹਨਾਂ ਵੀ ਮੱਥਾ ਟੇਕਿਆ। ਰਾਏ ਬੁਲਾਰ ਜੀ ਕਹਿੰਦੇ ਕੀ? ਕਹਿੰਦੇ ਖੁਸ਼ਖਬਰੀ ਤੁਹਾਨੂੰ ਮੁਬਾਰਕਬਾਦ ਹੈ। ਮੋਸਤ ਨਾਨਕ ਦਾਸ ਤੁਮਾਰਾ, ਭਈ ਸਗਾਈ ਮੁਝੇ ਹਕਾਰਾ। ਖੁਸ਼ੀ ਸੀ। ਉਹ ਕਹਿੰਦੇ ਖੁਸ਼ਖਬਰੀ ਹੈ ਕਾਹਦੀ? ਕਹਿੰਦੇ ਤੁਹਾਡੇ ਸੇਵਕ ਮੇਰੇ ਪੁੱਤਰ। ਪਿਤਾ ਜੀ ਕਹਿੰਦੇ ਨਾਨਕ ਜੀ ਦਾ ਵਿਆਹ ਹੈ, ਅਸੀਂ ਉਸ ਵਿਆਹ ਨੂੰ ਅਟੈਂਡ ਕਰਨ ਚੱਲੇ ਆ। ਕਹਿੰਦੇ ਰਾਏ ਬੁਲਾਰ ਜੀ ਨੂੰ ਸੁਣ ਕੇ ਗੁੱਸਾ ਆ ਗਿਆ। ਬਾਪੂ ਤੇ ਆਇਆ ਸੀ ਖੁਸ਼ਖਬਰੀ ਸੁਣਾਉਣ। ਕਿਉਂਕਿ ਖੁਸ਼ੀ ਦੇ ਵਿੱਚ ਸ਼ਬਦਾਂ ਦਾ ਹੀਰ ਫੇਰ ਲਾਜ਼ਮੀ ਹੈ, ਹਰ ਇਨਸਾਨ ਤੋਂ ਹੋ ਜਾਂਦਾ। ਪਿਤਾ ਜੀ ਨੇ ਪਤਾ ਕੀ ਬੋਲਿਆ? ਕਹਿੰਦੇ ਤੁਹਾਡੇ ਸੇਵਕ। ਉਹ ਚੰਗਾ ਨਹੀਂ ਲੱਗਾ ਉਹਨਾਂ ਨੂੰ। ਉਹ ਕਹਿੰਦੇ ਖੁਸ਼ੀ ਖਾਸ਼ੀ ਵਾਲੀ ਗੱਲ ਇੱਕ ਪਾਸੇ ਰੱਖ, ਤੂੰ ਇਹ ਕੀ ਬੋਲਦਾ? ਤੁਹਾਡੇ ਸੇਵਕ। ਰਾਏ ਬੁਲਾਰ ਜੀ ਕਹਿੰਦੇ ਖੁਸ਼ੀ ਤੇ ਚਲੋ ਬਹੁਤ ਵੱਡੀ ਹੈ, ਮੁਕੱਦਸ ਹੈ। ਗੁਰੂ ਨਾਨਕ ਸਾਹਿਬ ਮੈਨੂੰ ਬਹੁਤ ਪਿਆਰੇ ਨੇ ਤੇ ਆਪਣੇ ਪਿਆਰੇ ਸੱਜਣ ਦੀ ਹਰ ਖੁਸ਼ੀ ਆਪਣੀ ਖੁਸ਼ੀ ਹੁੰਦੀ। ਸੱਜਣ ਦਾ ਦੁੱਖ ਆਪਣਾ ਦੁੱਖ ਹੁੰਦਾ। ਜੇ ਗੁਰੂ ਸਾਹਿਬ ਦਾ ਉਹਨਾਂ ਨੇ ਦੁੱਖ ਵੇਖਿਆ ਤਾਂ ਹੀ ਉਹਨਾਂ ਭੇਜਿਆ ਸੀ ਸੁਲਤਾਨਪੁਰ ਲੋਧੀ। ਮਹਾਰਾਜ ਮੈਥੋਂ ਨਹੀਂ ਵੇਖਿਆ ਜਾਂਦਾ, ਤੁਹਾਡੇ ਪਿਤਾ ਨੂੰ ਜਿੱਦਾਂ ਬੋਲਦੇ ਆ। ਇੱਥੋਂ ਦੂਰ ਭਾਵੇਂ ਹੋ ਜਾਓ ਪਰ ਆ ਕਲੇਸ਼ ਤੋਂ ਬਚੋ। ਜਦੋਂ ਸਤਿਗੁਰਾਂ ਦੇ ਪਿਤਾ ਜੀ ਨੇ ਬਚਨ ਆਖਿਆ ਤੇ ਰਾਏ ਬੁਲਾਰ ਜੀ ਨੇ ਮੁਬਾਰਕਾਂ ਦਿੱਤੀਆਂ, ਸਿਰ ਤੇ ਹੱਥ ਰੱਖਿਆ। ਕਹਿੰਦੇ ਕਲਿਆਣ ਚੰਦ ਜੀ ਵਧਾਈਆਂ ਬਹੁਤ, ਪਰ ਠੰਡੇ ਰਹੇ ਹੋ। ਆਖੋ ਸਤਿਨਾਮ। ਮੈਂ ਵੀ ਕਹਿੰਦਾ ਨਾਲ ਬੜੇ ਪਿਆਰ ਦੇ ਨਾਲ ਕਿਹਾ ਸ਼ਾਂਤੀ ਰੱਖਿਓ, ਵਿਆਹ ਤੇ ਚੱਲੇ, ਜੁਗ ਜੁਗ ਜੀਵੋ। ਇਹ ਚੌਕੜ ਖਰਚ ਨਿਹਮ ਜਾਵਹਿ, ਜੇ ਆਇਸੋ ਅਬ ਤੁਮਰੀ ਪਾਵਹਿ। ਤੇ ਫਿਰ ਕਲਿਆਣ ਚੰਦ ਜੀ ਪੁੱਛਦੇ ਆ, ਕਹਿੰਦੇ ਜੇ ਤੁਸੀਂ ਆਗਿਆ ਦੋ ਮੈਂ ਚੌਕੜ ਖਰਚਿਆ ਵਾ ਜਾ ਕੇ ਪੁੱਤ ਦੇ ਵਿਆਹ ਤੇ ਅੰਦਰੋਂ ਹੈਰਾਨ ਨੇ ਰਾਏ ਬੁਲਾਰ ਜੀ ਵੀ, ਜਿਹੜੇ ਰੋਜ਼ ਲੜਾਈ ਪੈਸੇ ਪਿੱਛੇ ਕਰਦੇ ਅੱਜ ਪੈਸਾ ਉਡਾਉਣ ਦੀ ਆਗਿਆ ਮੰਗਦੇ। ਕਮਾਲ ਹੀ ਹੈ ਇਹ, ਹੈਰਾਨੀ ਹੈ। ਕਹਿੰਦੇ ਪੁੱਤ ਦੇ ਵਿਆਹ ਤੇ ਅੱਜ ਮੈਂ ਪੈਸਾ ਚੰਗਾ ਸੁੱਟਣਾ ਹੈ, ਚੰਗਾ ਵੰਡਣਾ ਲੋਕਾਂ ਨੂੰ। ਅੱਗੇ ਅੱਜ ਵਾਲੇ ਕੰਮ ਨਹੀਂ ਸੀ ਲੋਕ ਕਰਦੇ ਵੀ ਮਾੜੇ ਕੰਮ ਕਰਨੇ ਵਿਆਹਾਂ ਤੇ। ਅੱਗੇ ਪੈਸਾ ਏਦਾਂ ਹੁੰਦਾ ਸੀ, ਗਰੀਬਾਂ ਨੂੰ ਦਾਨ ਕਰਨਾ, ਲੰਗਰ ਵੰਡਣਾ, ਕੱਪੜੇ ਵੰਡਣੇ, ਪਦਾਰਥ ਵੰਡਣੇ ਸਿੱਖ ਸੰਗਤਾਂ ਨੂੰ, ਆਏ ਹੋਏ ਵਿਆਹ ਤੇ ਲੋਕਾਂ ਨੂੰ। ਕਹਿੰਦੇ ਉਹ ਖਰਚਾ ਹੀ ਬਹੁਤ ਵੱਡਾ ਹੁੰਦਾ ਸੀ। ਬ੍ਰਾਹਮਣ ਲੋਕ ਹੁੰਦੇ ਸੀ, ਦਾਨ ਲੈ ਲੈਂਦੇ ਸੀ। ਲੋੜਵੰਦਾਂ ਨੂੰ ਮਾਇਆ ਵੰਡੀ ਜਾਣੀ, ਬੜਾ ਕੁਝ ਦੇ ਦੇਣਾ। ਪਿਤਾ ਜੀ ਪੁੱਛਣ ਲੱਗੇ ਰਾਏ ਬੁਲਾਰ ਜੀ ਜੇ ਤੁਸੀਂ ਆਗਿਆ ਦਿਓ। ਆਗਿਆ ਦਾ ਭਾਵ ਕੀ? ਇੱਕ ਸਤਿਕਾਰ ਆ ਵੱਡਿਆਂ ਦਾ, ਕਰਨਾ ਤੇ ਮਰਜ਼ੀ ਨਾਲ ਹੀ ਹੁੰਦਾ। ਕਹਿੰਦੇ ਸਾਨੂੰ ਆਗਿਆ ਦਿਓ। ਰਾਏ ਬੁਲਾਰ ਕਹਿੰਦੇ ਅਸੀਸਾਂ ਨੇ, ਸਾਡੇ ਲਾਇਕ ਦੱਸੋ ਅਸੀਂ ਕੀ ਸੇਵਾ ਕਰੀਏ। ਸੁਣ ਕਾਲੂ ਬਚ ਬੋਲਿਓ ਰਾਉ, ਅਸ ਬਿਦ ਨਹਿ ਕੋ ਬੈਨ ਬਿਜਾਉ। ਰਾਏ ਬੁਲਾਰ ਆਖਣ ਲੱਗੇ ਕਲਿਆਣ ਚੰਦ ਜੀ, ਮਹਿਤਾ ਕਾਲੂ ਜੀ ਜਿਹੜੇ ਤੁਸੀਂ ਬੋਲੇ ਨੇ ਮੈਨੂੰ ਉਹ ਚੰਗੇ ਨਹੀਂ ਲੱਗੇ। ਅੱਗੇ ਤੋਂ ਧਿਆਨ ਰੱਖਿਓ, ਐਸੇ ਬੋਲ ਨਾ ਬੋਲਿਓ। ਨਾਨਕ ਹਮਰੋ ਸੁਆਮੀ ਜਾਨੋ,
ਕਿੰਕਰ ਕੋ ਠਾਣ ਪਰ ਮਾਨੋ। ਤੁਸੀਂ ਕਿਹਾ ਨਾ ਵੀ ਨਾਨਕ ਤੁਹਾਡੇ ਸੇਵਕ ਤੇ ਮੇਰੇ ਪੁੱਤਰ, ਕਹਿੰਦੇ ਇਹ ਨਾ ਕਿਹੋ, ਉਹ ਮੇਰੇ ਸੁਆਮੀ ਨੇ ਤੇ ਮੈਂ ਉਹਨਾਂ ਦਾ ਕਿੰਕਰ ਹਾਂ। ਕਿੰਕਰ ਸ਼ਬਦ ਆਪ ਜੀ ਰਹਿ ਰਸ ਵਿੱਚ ਪੜ੍ਹਦੇ ਹੋ, ਜਿਹੜੇ ਵੱਡੀ ਰਹਿ ਰਸ ਪੜ੍ਹਦੇ ਆ ਨਾ ਉਹਨਾਂ ਨੂੰ ਪਤਾ ਹੈ ਕਿੰਕਰ ਸ਼ਬਦ ਆਉਂਦਾ ਹੈ ਬਾਣੀ 'ਚ, ਇੱਕ ਨਹੀਂ ਦੋ ਵਾਰ। ਕਿੰਕਰ ਤੋਂ ਭਾਵ ਦਾਸ, ਸੇਵਕ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੇਰੇ ਸੁਆਮੀ ਨੇ ਰਾਏ ਬੁਲਾਰ ਕਹਿੰਦੇ ਮੈਂ ਉਹਨਾਂ ਦਾ ਸੇਵਕ। ਤੁਸੀਂ ਖੁਸ਼ੀ ਖੁਸ਼ੀ 'ਚ ਪੁੱਠਾ ਕਰ ਗਏ ਵੀ ਨਾਨਕ ਤੁਹਾਡਾ ਸੇਵਕ ਤੇ ਤੁਸੀਂ ਉਹਦੇ ਮਾਲਕ। ਕਹਿੰਦੇ ਮਾਫ ਕਰਿਓ, ਅੱਜ ਤੋਂ ਬਾਅਦ ਇਹ ਸ਼ਬਦ ਨਾ ਕਹਿ ਦਿਓ, ਆਖੋ ਸਤਿਨਾਮ। ਮੈਂ ਤੇ ਸੇਵਕ ਹਾਂ ਉਹਨਾਂ ਦਾ, ਉਹਨਾਂ ਦੀ ਰਜਾ 'ਚ ਰਹਿਣ ਵਾਲਾ ਇੱਕ ਰਾਜਾ ਰਾਏ ਬੁਲਾਰ। ਉਸ ਵੇਲੇ ਦਾ ਬਹੁਤ ਵੱਡਾ ਰਾਜਾ, ਉਸ ਇਲਾਕੇ ਦਾ ਰਾਏ ਭੋਈ ਦੀ ਤਲਵੰਡੀ ਤੇ ਨੇੜੇ ਤੇੜੇ ਪਿੰਡਾਂ ਦਾ। ਛੋਟਾ ਰਾਜਾ ਕਹਿ ਲਓ, ਵੱਡਾ ਕਹਿ ਲਓ, ਰਾਜਾ ਤੇ ਰਾਜਾ ਹੀ ਹੁੰਦਾ। ਕਹਿੰਦੇ ਉਹਦੇ ਇਹ ਬੋਲ ਸਨ ਵੀ ਕਲਿਆਣ ਚੰਦ ਜੀ ਅੱਜ ਤੇ ਤੁਸੀਂ ਕਹਿਤਾ, ਅੱਗੇ ਸੋਚ ਸਮਝ ਕੇ ਹੋਸ਼ ਸੰਭਾਲ ਕੇ ਇਹ ਬਚਨ ਬੋਲਿਓ। ਕਰਨ ਕਰੇ ਜੇ ਨਾਨਕ ਮੋ ਪਰ, ਜਹੀ ਮਨੀਖਾ ਮਨ ਮੇ ਹੋ ਠਿਰ। ਮੈਂ ਤੇ ਉਹਨਾਂ ਦਾ ਸੇਵਕ ਆ, ਰੋਜ਼ ਅਰਦਾਸ ਕਰਦਾ ਸੱਚੇ ਪਾਤਸ਼ਾਹ ਮੈਨੂੰ ਤੁੱਛ ਬੁੱਧੀ ਤੂੰ ਸ਼ੁਭ ਅਕਲ ਦੇ ਦਿਓ, ਸ਼ੁਭ ਮਤ ਦੇ ਦਿਓ। ਇਹ ਉਹਨਾਂ ਦੀ ਕਿਰਪਾ ਦੇ ਨਾਲ ਹੀ ਮੈਨੂੰ ਸਮਝ ਆਈ ਹੈ ਵੀ ਸਰੀਰ ਕੀ ਹੈ, ਮਨੁੱਖਾ ਜਨਮ ਕੀ ਹੈ, ਤੇ ਜੋ ਕੁਝ ਪਰਮਾਤਮਾ ਨੇ ਦਿੱਤਾ ਉਹ ਸਭ ਕੁਝ ਕੀ ਹੈ। ਕਹਿੰਦੇ ਸਭ ਉਹਨਾਂ ਦੀ ਕਿਰਪਾ ਹੈ, ਸਭ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ ਨੇ, ਰਾਜ ਭਾਗ ਉਹਨਾਂ ਦਾ ਬਖਸ਼ਿਆ ਹੋਇਆ ਏ। ਬਚਨ ਉਚਾਰਹੁ ਬਹੁਰ ਨ ਐਸੀ, ਹੈ ਵੀ ਅਨਜਾਣ ਕਹੇ ਅਬ ਜੈਸੇ। ਅੱਜ ਦੇ ਤੁਸੀਂ ਅਣਜਾਣਪੁਣੇ ਵਿੱਚ ਕਹਿ ਦਿੱਤਾ, ਕੱਲ ਤੋਂ ਨਾ ਕਿ ਉਹ ਵੀ ਨਾਨਕ ਤੁਹਾਡੇ ਸੇਵਕ ਨੇ ਤੇ ਤੁਸੀਂ ਉਹਨਾਂ ਦੇ ਮਾਲਕ ਹੋ। ਕਹਿੰਦੇ ਨਹੀਂ, ਉਹ ਸੁਆਮੀ ਮਾਲਕ ਹੈ, ਉਹ ਪਰਮੇਸ਼ਵਰ ਹੈ, ਉਹ ਪਿਆਰਾ ਪ੍ਰੀਤਮ ਹੈ, ਮੈਂ ਤੇ ਸਦਾ ਹੀ ਉਹਨਾਂ ਦਾ ਤਾਬੇਦਾਰ ਹਾਂ। ਕਹਿੰਦੇ ਅੱਖਾਂ ਚੋਂ ਹੰਝੂ ਆ ਗਏ ਪ੍ਰੇਮ ਦੇ। ਰਾਏ ਬੁਲਾਰ ਸਾਹਿਬ ਉਮਰ ਕਰਕੇ ਵਡੇਰੇ ਨੇ, ਵੱਡੇ ਨੇ, ਨਹੀਂ ਜਾ ਸਕਦੇ ਵਿਆਹ ਤੇ, ਉਹ ਲੋਕਲ ਜ਼ਿਆਦਾ ਰਹਿੰਦੇ ਆ, ਬੜੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਸਿਰ ਤੇ ਨੇ। ਕਹਿੰਦੇ ਜੀ ਸਤਿਗੁਰਾਂ ਦੇ ਪਿਤਾ ਨੂੰ ਉਹਨਾਂ ਨੇ ਆਪਣੇ ਵੱਲੋਂ ਕੁਝ ਤੋਹਫੇ ਦਿੱਤੇ, ਨਜ਼ਰਾਨੇ ਭੇਟਾ ਕੀਤੇ ਵੀ ਮੇਰੇ ਵੱਲੋਂ ਮੇਰੇ ਸੱਜਣ ਪਿਆਰੇ ਸਤਿਗੁਰ ਪਾਤਸ਼ਾਹ ਨੂੰ ਇਹ ਪ੍ਰੇਮ ਦੇ ਤੋਹਫੇ ਭੇਟਾ ਦੇ ਦਿਓ ਤੇ ਮੇਰੇ ਵੱਲੋਂ ਸੁੱਖ ਸਾਧ ਕਹਿ ਦਿਓ, ਮੁਬਾਰਕ ਕਹਿ ਦਿਓ। ਕਦੇ ਕਿਰਪਾ ਕਰਨ ਮੈਨੂੰ ਦੀਦਾਰ ਬਖਸ਼ਣ। ਮਹਿਮਾ ਲਖਤ ਨਾ ਨਿਜ ਸੁਤ ਜਾਣੇ, ਤੀਨ ਲੋਕ ਜਿਸ ਆਓ ਇਸ ਮਾਨੇ। ਉਸ ਵੇਲੇ ਰਾਏ ਬੁਲਾਰ ਜੀ ਥੋੜਾ ਜਿਹਾ ਰੋਸਾ ਕਰਦੇ, ਕਹਿੰਦੇ ਕਲਿਆਣ ਚੰਦ ਉਹ ਵੀਰਾ ਤੈਨੂੰ ਸਮਝ ਨਹੀਂ ਆਉਣੀ, ਤਿੰਨਾਂ ਲੋਕਾਂ ਦੇ ਸੁਆਮੀ ਮਾਲਕ ਨੂੰ ਤੂੰ ਪੁੱਤ ਦਾ ਭਲੇਖਾ ਪਾਲੀ ਫਿਰਦਾ। ਆਖੋ ਸਤਿਨਾਮ। ਕਦੋਂ ਦਿਨ ਚੜੂ ਤੈਨੂੰ ਸਮਝ ਆਊ, ਤੇਰਾ ਪੁੱਤ ਪਰਮੇਸ਼ਰ ਹੈ, ਤੇਰਾ ਪੁੱਤ ਪਰਮਾਤਮਾ ਹੈ। ਕਹਿੰਦੇ ਚਲੋ ਜੁਗ ਜੁਗ ਜੀਓ, ਪਰ ਇੱਕ ਗੱਲ ਯਾਦ ਰੱਖਿਓ, ਚੱਲੇ ਹੋ ਖੁਸ਼ੀ 'ਚ ਚੱਲੇ ਹੋ, ਖੁਸ਼ ਰਹੋ, ਵੇਖਿਓ ਕਿਤੇ ਕੋਈ ਲੜਾਈ ਝਗੜਾ ਨਾ ਕਰ ਲਿਓ, ਕਿਤੇ ਜਾ ਕੇ ਮਾਇਆ ਵਾਲੀ ਰੀਲ ਨਾ ਪਾ ਲਿਓ ਵੀ ਹੁਣ ਤੇਰਾ ਵਿਆਹ ਹੋਣ ਲੱਗਿਆ, ਕਮਾਲ ਆਇਆ, ਕਰ ਲੈ ਉਹ ਕਰ ਲੈ। ਰਾਏ ਬੁਲਾਰ ਕਹਿੰਦੇ ਮੈਂ ਬੇਨਤੀ ਕਰਦਾ, ਮੈਨੂੰ ਕਹਿਣਾ ਜੋ ਕਹਿਣਾ ਚੰਗਾ ਮਾੜਾ, ਵੇਖੀ ਮੇਰੇ ਸਤਿਗੁਰ ਪਿਆਰੇ ਨੂੰ ਇਹ ਸ਼ਬਦ ਨਾ ਬੋਲਦੇ। ਕਲਿਆਣ ਚੰਦ ਕਹਿੰਦੇ ਮੈਂ ਕਿਹੜਾ ਕਮਲਾ, ਮੈਨੂੰ ਨਹੀਂ ਪਤਾ ਮੇਰੇ ਪੁੱਤ ਦਾ ਵਿਆਹ, ਮੈਂ ਕੀ ਬੋਲਣਾ ਕੀ ਨਹੀਂ, ਇਹ ਹੁੰਦੀਆਂ ਗੱਲਾਂ ਪਿਆਰੀਆਂ ਹੀ ਨੇ। ਰਾਏ ਬੁਲਾਰ ਕਹਿੰਦੇ ਫਿਰ ਵੀ ਧਿਆਨ ਰੱਖਿਓ, ਆਪੇ ਤੋਂ ਬਾਹਰ ਨਾ ਹੋਇਓ। ਹੁਣ ਪਿਤਾ ਜੀ ਸਫਾਈ ਦੇ ਰਹੇ ਨੇ ਜੀ, ਇਹ ਤੋਂ ਬਾਅਦ ਜੋ ਕੁਝ ਹੋਏਗਾ ਸੁਲਤਾਨਪੁਰ ਲੋਧੀ ਦਾ ਹਾਲ ਕੱਲ ਦੇ ਦੀਵਾਨਾਂ 'ਚ ਗੁਰੂ ਸਾਹਿਬ ਦੀ ਕਿਰਪਾ ਨਾਲ ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ।